We have been meditating on how to glorify God. ਅਸੀਂ ਇਸ ਚੀਜ਼ ਤੇ ਮੰਥਨ ਕਰ ਰਹੇ ਹਾਂ ਕਿ ਕਿਵੇਂ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਜਲਾਲ ਦੇ ਸਕਦੇ When we ਹਾਂ। glorify God, we grow in maturity. ਜਦੋਂ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਜਲਾਲ ਦਿੰਦੇ ਹਾਂ ਤਾਂ ਅਸੀਂ ਆਪ ਖੁਦ ਉન્નਤੀ ਕਰਨੇ ਆ। As it is written in 1 Corinthians 10:31, in whatsoever things we do, we have to glorify God. ਜਿਵੇਂ ਪਹਿਲਾ ਕੁਰਿੰਥੀਆਂ ਲਿਖਿਆ ਕਿ ਜੋ ਵੀ ਕੁਝ ਅਸੀਂ ਕਰੀਏ ਉਹਦੇ ਨਾਲ ਪਰਮੇਸ਼ਵਰ ਦੇ ਨਾਮ ਨੂੰ ਜਲਾਲ As ਦਈਏ। we remove things which don't glorify God in our lives, we start to mature in our Christian life. ਜਿਵੇਂ ਅਸੀਂ ਉਹ ਚੀਜ਼ਾਂ ਆਪਣੇ ਜੀਵਨ ਤੋਂ ਨਿਕਾਲਨੇ ਆ ਜਿੰਦੇ ਨਾਲ ਪਰਮੇਸ਼ਵਰ ਦੇ ਨਾਮ ਨੂੰ ਜਲਾਲ ਨਹੀਂ ਮਿਲਦਾ, ਉਵੇਂ ਅਸੀਂ ਪਰਮੇਸ਼ਵਰ ਵਿੱਚ ਹੋਰ ਵਧਨੇ ਆ। We saw 5 things through which we can glorify God last week. ਅਸੀਂ ਪਿਛਲੇ ਹਫ਼ਤੇ ਦੇਖਿਆ ਸੀ 5 ਚੀਜ਼ਾਂ ਜਿੰਦੇ ਜ਼ਰੀਏ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਜਲਾਲ ਦਿੰਨੇ ਆ। Number 1, confessing that Jesus Christ is Lord. ਪਹਿਲਾਂ ਅਸੀਂ ਇਕਰਾਰ ਕਰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਪ੍ਰਭੂ ਨੇ। In Philippians 2:11. ਫਿਲਿੱਪੀਆਂ 2:11 ਦੱਸਦਾ। In 1 Corinthians 10:31, do everything you do for the glory of God. ਪਹਿਲਾ ਕੁਰਿੰਥੀਆਂ 10:31 ਦੱਸਦਾ ਵੀ ਜੋ ਵੀ ਕੁਝ ਕਰੋ ਪਰਮੇਸ਼ਵਰ ਦੀ ਮਹਿਮਾ ਵਾਸਤੇ ਕਰੋ। The 3, confess and repent for your sin. Joshua 7:19. ਜੋਸ਼ੂਆ 7:19 ਕਹਿੰਦਾ ਹੈਗਾ ਕਿ ਆਪਣੇ ਪਾਪਾਂ ਦਾ ਇਕਰਾਰ ਕਰਕੇ ਪਛਤਾਵਾ ਕਰੋ। Then we saw various illustrations from the word of God, from Abraham to Moses to other people, how that trusting God brings glory to him. ਫਿਰ ਅਸੀਂ ਦੇਖਿਆ ਸੀ ਕਿਵੇਂ ਮੂਸਾ ਤੋਂ ਅਬਰਾਹਮ ਤੋਂ ਲੈ ਕੇ ਮੂਸਾ ਤੱਕ ਜਿਨ੍ਹਾਂ ਨੇ ਵੀ ਪਰਮੇਸ਼ਵਰ ਤੇ ਵਿਸ਼ਵਾਸ ਕੀਤਾ ਉਹਨਾਂ ਨੇ ਉਹਨਾਂ ਦਾ ਜਲਾਲ ਦੇਖਿਆ। Number 5, praising him. He who offereth praise glorifieth God. ਜਦੋਂ ਅਸੀਂ ਪਰਮੇਸ਼ਵਰ ਦੀ ਸਤੁਤੀ ਕਰਨਾ ਮਹਿਮਾ ਗਾਉਂਦੇ ਆ। 50, Psalm 50 verse 23. ਸਾਮ 50 ਦਾ ਤਾਂ ਆਪਣਾ 23 ਹੈਗਾ। These are regular things. These are not, some things which are unknown that I'm talking about. ਇਹ ਸੋ ਗੱਲਾਂ ਨੇ ਜਿਹੜੀ ਵਚਨ ਹੈਗੀਆਂ ਨੇ, ਐਸੇ ਗੱਲਾਂ ਨਹੀਂ ਜਿਹੜਾ ਇੱਕ ਮਸੀਹ ਬੰਦਾ ਨਹੀਂ ਜਾਣਦਾ। I hope you have spent the last week meditating on these things, ਮੇਰਾ ਵਿਸ਼ਵਾਸ ਹੈ ਤੁਸੀਂ ਪਿਛਲੇ ਹਫ਼ਤਾ ਇਹ ਚੀਜ਼ਾਂ ਤੇ ਮੰਥਨ ਕੀਤਾ, considering what you need to get out of your lives to glorify God. ਤੁਸੀਂ ਸੋਚਿਆ ਹੋਵੇਗਾ ਤੁਸੀਂ ਆਪਣੇ ਜੀਵਨ ਤੋਂ ਕੀ ਨਿਕਾਲਣਾ ਚਾਹੁੰਦੇ ਹੋ ਜਿੰਦੇ ਜ਼ਰੀਏ ਪਰਮੇਸ਼ਵਰ ਦੇ ਨਾਮ ਨੂੰ ਜਲਾਲ ਮਿਲੇ। What we need to stop doing. ਕਿਹੜੇ ਚੀਜ਼ਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। What the things we need to start doing. ਕਿਹੜੇ ਚੀਜ਼ਾਂ ਸਾਨੂੰ ਸ਼ੁਰੂ ਕਰਨੀਆਂ ਚਾਹੀਦੀਆਂ ਕਰਨੀਆਂ। Analyzing our lives. ਆਪਣੇ ਜੀਵਨ ਨੂੰ ਜਾਂਚੋ। If you have not done it, it shows how much respect you have for the word of God. ਜੇ ਤੁਸੀਂ ਇਸ ਤਰ੍ਹਾਂ ਨਹੀਂ ਕੀਤਾ ਦੱਸਦਾ ਤੁਸੀਂ ਕਿੰਨਾ ਪਰਮੇਸ਼ਵਰ ਦੇ ਵਚਨ ਦਾ ਆਦਰ ਕਰਦੇ ਹੋ। The church today has moved away from these fundamental truths. ਜਿਹੜੀ ਪਰਮੇਸ਼ਵਰ ਦੇ ਵਚਨ ਦੀ ਗਹਿਰਾਈ ਹੈਗੀਆਂ ਨੇ ਉਹਨਾਂ ਤੋਂ ਕਲੀਸਿਆ ਦੂਰ ਹੋ ਗਈ ਹੈ। Today people talk about speaking in tongues. ਅੱਜ ਕੱਲ੍ਹ ਲੋਕੀ ਗੈਰ ਜ਼ਬਾਨਾਂ ਬੋਲਣ ਦੀ ਗੱਲਾਂ ਕਰਦੇ ਨੇ। Grave anointing. ਉਹ ਅਭਿਸ਼ੇਕ ਦੀ ਗੱਲ ਕਰਦੇ ਨੇ। No, grave anointing, grave, samadhi anointing. ਉਹ ਜਿਹੜਾ ਬੰਦੇ ਗਿਰ ਜਾਂਦੇ ਨੇ ਗ੍ਰੇਵ ਤਰ੍ਹਾਂ ਹੋ ਜਾਂਦੇ ਨੇ ਅਨਾਇੰਟਿੰਗ ਵਿੱਚ। No, grave ki anointing. People talk in the church. Okay. ਜਿਹੜੀ ਆਪਣਾ ਕਬਰ ਹੁੰਦੀ ਹੈ ਉਹਦਾ ਅਭਿਸ਼ੇਕ। Glory a cloud. ਜਿਹੜੇ ਆਪਣਾ ਜਲਾਲ ਦੇ ਬੱਦਲ ਹੁੰਦੇ ਨੇ। Fire tunnels. 5 ਜਿਹੜੇ ਆਪਣਾ ਟਨਲ ਹੈਗੇ ਨੇ। People speaking like animals. ਜਦੋਂ ਇਨਸਾਨ ਜਾਨਵਰਾਂ ਤਰ੍ਹਾਂ ਬੋਲਦੇ ਨੇ। And they call it revival. ਤੇ ਉਹਨੂੰ ਕਹਿੰਦੇ ਨੇ ਵੀ ਅੱਗੇ ਵੱਧ ਰਹੇ ਹਾਂ ਅਸੀਂ। Signs, wonders and miracles are good in their own place. ਜਿਹੜੇ ਅਦਭੁਤ ਕਾਰੇ ਤੇ ਅਦਭੁਤ ਨਿਸ਼ਾਨ ਹੈਗੇ ਨੇ ਉਹ ਆਪਣੀ ਜਗ੍ਹਾ ਤੇ ਠੀਕ ਨੇ। But they are not primary. ਪਰ ਉਹ ਸ਼ੁਰੂਆਤੀ ਨਹੀਂ ਹੈਗੇ। The fundamental work of a believer is to glorify God. ਜਿਹੜਾ ਚਟਾਨ ਹੈਗਾ ਪਰਮੇਸ਼ਵਰ ਦੇ ਵਚਨ ਦੀ ਉਹ ਹੈਗੀ ਕਿ ਉਹਨਾਂ ਨੂੰ ਜਲਾਲ ਮਿਲੇ। Signs, wonders and miracles by themselves do not glorify God. ਜਿਹੜੇ ਨਿਸ਼ਾਨ ਤੇ ਚਿੰਨ ਹੈਗੇ ਅਦਭੁਤ ਕੰਮ ਹੈਗੇ ਨੇ ਉਹਨਾਂ ਨਾਲ ਪਰਮੇਸ਼ਵਰ ਦੇ ਨਾਮ ਨੂੰ ਜਲਾਲ ਨਹੀਂ ਮਿਲਦਾ। अपने आप में जलाल नहीं मिलता. ਆਪਣੇ ਆਪ में ਜਲਾਲ ਨਹੀਂ ਮਿਲता। Are you shocked? Listen to what the Lord is saying. ਦੇਖिए वचन ਕੀ ਕਹਿੰਦਾ ਹੈ। Matthew 7:21-23. ਮਤੀ 7:21-23। Not everyone that saith unto me, Lord, Lord, shall enter into the kingdom of heaven, but he that doeth the will of the Father which is in heaven. Many will say unto me in that day, Lord, Lord, have we not prophesied in your name? In your name cast out devils, in thy name done many wonderful works? And then I will profess unto them, never knew you. Depart from me, ye that work iniquity. जो मुझ में हे प्रभु कहता है और उनमें से हर एक स्वर्ग के राज्य में प्रवेश ना करेगा, परंतु वही जो मेरे स्वर्गीय पिता की इच्छा पर चलता है। उस दिन बहुतेरे मुझसे कहेंगे, हे प्रभु
क्या हमने तेरे नाम से भविष्यवाणी नहीं की और तेरे नाम से दुष्ट आत्मा को नहीं निकाला और तेरे नाम से बहुत अचंभे के काम नहीं किए? तब मैं उनसे खुलकर कह दूंगा कि मैं तुमको नहीं जाना, हे कुकर्म करने वालों, मेरे पास से चले जाओ। You can do signs, wonders and miracles without knowing Lord Jesus Christ. ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣੇ ਬਿਨਾ ਵੀ ਅਦਭੁਤ ਚਮਤਕਾਰ ਕਰ ਸਕਦੇ ਹੋ, But you cannot bear fruit without knowing God. ਪਰ ਉਹਨਾਂ ਨੂੰ ਜਾਣੇ ਬਿਨਾ ਅਸੀਂ ਫਲਦਾਰ ਨਹੀਂ ਹੋ ਸਕਦੇ। Glorifying God comes from fellowship with the Lord Holy Spirit. ਪਰਮੇਸ਼ਵਰ ਨੂੰ ਜਲਾਲ ਦੇਣ ਦਾ ਜਿਹੜਾ ਸ਼ੁਰੂਆਤੀ ਹੈਗਾ ਉਹ ਪਵਿੱਤਰ ਆਤਮਾ ਦੀ ਸਹਿਭਾਗਿਤਾ ਦੇ Signs, ਨਾਲ ਹੈ। wonders and miracles should not follow us. ਜ਼ਰੂਰੀ ਨਹੀਂ ਕਿ ਜੇ ਨਿਸ਼ਾਨ ਤੇ ਅਦਭੁਤ ਕੰਮ ਸਾਡੇ ਪਿੱਛੇ ਹੋਣਗੇ They should be following us. ਉਹ ਸਾਡੇ ਪਿੱਛੇ ਹੋਣਗੇ, We should not be after them. ਸਾਨੂੰ ਉਹਨਾਂ ਦੇ ਪਿੱਛੇ ਨਹੀਂ ਹੋਣਾ ਚਾਹੀਦਾ। Today the church is focused on these things. ਅੱਜ ਕੱਲ੍ਹ ਕਲੀਸਿਆ ਦਾ ਜ਼ਿਆਦਾ ਜਿਹੜਾ ਧਿਆਨ ਹੈਗਾ ਇਹਨਾਂ ਚੀਜ਼ਾਂ ਵਾਲੇ। If these things are present, there is a crowd. ਜਦੋਂ ਇਸ ਤਰ੍ਹਾਂ ਚੀਜ਼ਾਂ ਹੁੰਦੀਆਂ ਨੇ ਉੱਥੇ ਬਹੁਤ ਦੁਨੀਆ ਪਹੁੰਚਦੀ If ਹੈ। these things are not there, nobody will come. ਜੇ ਐਸੀ ਚੀਜ਼ਾਂ ਨਹੀਂ ਹੈਗੀਆਂ ਤੇ ਲੋਕੀ ਨਹੀਂ ਜਾਂਦੇ। We see how far away from what God's word says we are today in this church, in the church in the world today. ਅੱਜ ਕੱਲ੍ਹ ਦੇ ਸੰਸਾਰ ਅਸੀਂ ਦੇਖਦੇ ਹਾਂ ਜੇ ਕਲੀਸਿਆ ਹੈਗੀ ਹੈ ਕਿਵੇਂ ਪਰਮੇਸ਼ਵਰ ਦੇ ਵਚਨ ਤੋਂ ਦੂਰ ਚਲੀ ਗਈ ਹੈ। Our focus is to glorify God. ਸਾਡਾ ਜਿਹੜਾ ਨਿਸ਼ਾਨ ਹੈ ਉਹ ਪਰਮੇਸ਼ਵਰ ਨੂੰ ਜਲਾਲ ਦੇਣਾ ਹੈ। Let's move on. ਅੱਗੇ ਚਲੀਏ। The sixth thing which glorifies God ਛੇਵੀਂ ਚੀਜ਼ ਜਿੰਨਾ ਪਰਮੇਸ਼ਵਰ ਨੂੰ ਮਹਿਮਾ ਮਿਲਦੀ ਹੈ is in John 15:8. ਜੌਨ 15:8। Herein is my Father glorified, that ye bear much fruit, so shall ye be my disciples. मेरे पिता की महिमा इससे होती है कि तुम बहुत सा फल लाओ, तभी तुम मेरे चेले ठहरोगे। Bearing much fruit glorifies God and qualifies us as disciples. ਸਾਡੇ ਚੇਲੇ ਹੁੰਦਾ ਹੈ, ਨਿਸ਼ਾਨ ਹੈਗਾ ਕਿ ਅਸੀਂ ਬਹੁਤ ਸਾਰੇ ਫਲਦਾਰ ਹੋਈਏ ਤੇ ਸਾਡੇ ਪਿਤਾ ਨੂੰ ਮਹਿਮਾ ਮਿਲੇ। See here, signs, wonders and miracles are not mentioned. ਇੱਥੇ ਜਿਹੜੇ ਚਮਤਕਾਰਾਂ ਦੀ ਗੱਲਾਂ ਨਹੀਂ ਕਹੀਆਂ ਗਈਆਂ। They are things which God allows in our lives when we are doing the fundamental thing faithfully. ਜਦੋਂ ਅਸੀਂ ਪਰਮੇਸ਼ਵਰ ਦਾ ਵਚਨ ਜੋ ਕਹਿੰਦਾ ਹੈ ਬੁਨਿਆਦੀ ਤੌਰ ਤੇ ਉਹ ਕਰਨੇ ਆ ਤੇ ਚਿੰਨ੍ਹ ਤੇ ਚਮਤਕਾਰ ਸਾਡੇ ਪਿੱਛੇ ਹੁੰਦੇ ਨੇ। Bearing much fruit glorifies God. ਫਲਦਾਰ ਹੋਣਾ ਹੀ ਪਰਮੇਸ਼ਵਰ ਨੂੰ ਮਹਿਮਾ ਦਿੰਦਾ। It also qualifies us as disciples. ਜਿਹੜਾ ਦੱਸਦਾ ਕਿ ਅਸੀਂ ਚੇਲੇ ਹੈਗੇ ਆ। So what is the fruit God is speaking about here? ਅਤੇ ਪਰਮੇਸ਼ਵਰ ਕਿਸ ਫਲ ਦੀ ਗੱਲ ਕਰ ਰਹੇ ਨੇ? We should understand what the fruit is. ਸਾਨੂੰ ਜਾਣਨਾ ਚਾਹੀਦਾ ਫਲ ਕੀ ਹੈ। How the word of God looks at fruit. ਕਿਵੇਂ ਪਰਮੇਸ਼ਵਰ ਦਾ ਵਚਨ ਫਲ ਨੂੰ ਦੇਖਦੇ ਨੇ। In Genesis 1:11, there is a principle God put into place when he was creating. ਜੇਨੇਸਿਸ 11 ਵਿੱਚ ਪਰਮੇਸ਼ਵਰ ਦੇ ਵਚਨ ਨੇ ਇਸ ਬਾਰੇ ਸਿਧਾਂਤ ਦੱਸਦਾ ਹੈ। And God said, let the earth bring forth grass, the herb yielding seed, and the fruit tree yielding fruit after his kind, whose seed is in itself upon the earth, and it was so. फिर परमेश्वर ने कहा, पृथ्वी से हरी घास और बीज वाले छोटे छोटे पेड़ और फलदायी वृक्ष भी, जिनके बीज उन्हीं में एक एक जाति के अनुसार होते हैं, पृथ्वी पर उगे, और वैसा ही हो गया। Today we take it for granted. आजकल ਅਸੀਂ ਇਹ ਚੀਜ਼ਾਂ ਨੂੰ ਆਮ ਲੈ ਲੈਂਦੇ ਆ। We go to a garden store and say we want apple tree, orange tree, whatever we want, we order. ਅਸੀਂ ਕਿਧਰੇ ਵੀ ਜਾ ਕੇ ਜਿੱਥੇ ਪੌਦੇ ਮਿਲਦੇ ਨੇ ਉੱਥੋਂ ਅਲੱਗ-ਅਲੱਗ ਤਰ੍ਹਾਂ ਦੇ ਫਲ ਦੇ ਪੌਦੇ ਲੈ ਸਕਦੇ ਆ। But we forget that the principle of those trees are established at creation. ਪਰ ਅਸੀਂ ਇਹ ਭੁੱਲ ਜਾਂਦੇ ਆ ਜਿਹੜਾ ਉਹਨਾਂ ਦਾ ਸਿਧਾਂਤ ਹੈਗਾ ਉਹ ਪਰਮੇਸ਼ਵਰ ਨੇ ਉਤਪਤੀ ਦੇ ਟਾਈਮ ਕੀਤਾ। The apple tree can only bring forth apple. ਜਿਹੜਾ ਸੇਬ ਦਾ ਦਰਖਤ ਹੈ ਸਿਰਫ ਸੇਬ ਪੈਦਾ ਕਰ ਸਕਦਾ ਹੈ। Orange tree can only bring forth oranges. ਸੰਤਰਾ ਸਿਰਫ ਸੰਤਰਾ ਪੈਦਾ ਕਰ ਸਕਦਾ ਹੈ। The tree is known by the fruit it produces. ਪੇੜ ਆਪਣੇ ਫਲ ਦੇ ਨਾਲ ਜਾਣਿਆ ਜਾਂਦਾ ਹੈ। So the fruit the Lord is speaking here is what shows who we are in relation to Christ. ਤੇ ਇਹ ਪਰਮੇਸ਼ਰ ਦਾ ਵਚਨ ਦੱਸ ਰਿਹਾ ਹੈ ਕਿ ਅਸੀਂ ਕਿਵੇਂ ਫਲਦਾਰ ਹੋਣੇ ਆ। ਇਹ ਪ੍ਰਭੂ ਯਿਸੂ ਮਸੀਹ ਦੇ ਨਾਲ ਮੇਲ ਦਾ ਨਤੀਜਾ ਹੈ। It is the fruit that shows we are Christians. ਇਹ ਫਲ ਦੱਸਦਾ ਹੈ ਕਿ ਅਸੀਂ ਮਸੀਹ ਦੇ ਪਿੱਛੇ ਚੱਲਣ It is ਵਾਲੇ not the ਹਾਂ। name which shows we are Christians. ਨਾਮ ਨਾਲ ਨਹੀਂ ਪਤਾ ਲੱਗਦਾ। It is not signs, wonders and miracles which shows we are Christians. ਚਮਤਕਾਰਾਂ ਦੇ ਨਾਲ ਵੀ ਨਹੀਂ ਲੱਗਦਾ। It is the fruit that shows we are Christians. ਫਲ ਦੱਸਦੇ ਨੇ ਕਿ ਅਸੀਂ ਆਪਣਾ ਮਸੀਹ ਹੈਗੇ ਹਾਂ। You know, what comes out only is called the fruit.
ਜੋ ਚੀਜ਼ ਸਾਡੇ ਅੰਦਰੋਂ ਬਾਹਰ ਆਉਂਦਾ ਹੈ ਉਹ ਫਲ ਹੈ। Genesis 32, it says, Jacob's anger was kindled against Rachel, and he said, Am I in God's stead? Who hath withheld thee from the fruit of the womb? तब याकूब ने राहेल से क्रोधित होकर कहा, क्या मैं परमेश्वर हूँ? तेरी कोख तो उसी ने बंद कर रखी है। The fruit of the womb is which comes out of man and woman. ਉਹ ਆਪਣਾ ਫਲ ਜਿਹੜਾ ਔਰਤ ਦੇ ਆਪਣੇ ਅੰਦਰੋਂ ਪੈਦਾ ਹੁੰਦਾ ਕੋਖ ਵਿੱਚੋਂ, That is called fruit of the womb. ਉਹਨੂੰ ਅਸੀਂ ਆਪਣਾ ਕੋਖ ਦਾ ਫਲ ਕਹਿੰਦੇ ਆ। Human being can only bring forth human being. ਇਨਸਾਨ ਨੂੰ ਪੈਦਾ ਕਰ It ਸਕਦਾ is ਹੈ, called the fruit of the womb. ਇਹਨੂੰ ਆਪਣਾ ਕੋਖ ਦਾ ਫਲ ਕਹਿੰਦੇ ਆ। I'm trying to bring you to the point where we have to describe the fruit as God describes it. ਮੈਂ ਤੁਹਾਨੂੰ ਉੱਥੇ ਲਿਜਾਣਾ ਚਾਹਨਾ ਜਿੱਥੇ ਪਰਮੇਸ਼ਵਰ ਜੋ ਫਲ ਨੂੰ ਸਮਝਾ ਰਹੇ ਨੇ ਅਸੀਂ ਉਵੇਂ ਸਮਝੀਏ। We should allow the world to see the fruit, then only they can recognize us as Christians. ਅਸੀਂ ਸੰਸਾਰ ਨੂੰ ਦੇਖਣ ਦੀ ਆ ਸਾਡੇ ਅੰਦਰ ਪਰਮੇਸ਼ਵਰ ਦੇ ਫਲ ਤਾਈਓ ਸਾਨੂੰ ਪਹਿਚਾਨਣਗੇ। Matthew 7:20. ਮਤੀ 7:20 Wherefore by their fruits ye shall know them. सो उनके फलों से तुमने पहचान लोगे। That is the separation between sheep and goats, my dear brothers and sisters. ਇਹ ਜਿਹੜਾ ਹੈਗਾ ਫਰਕ ਹੈਗਾ ਬੱਕਰਿਆਂ ਦੇ ਤੇ ਭੇਡਾਂ ਦੇ ਵਿੱਚ। Between disciples and people who think they are disciples. ਚੇਲੇ ਤੇ ਜਿਹੜੇ ਸਮਝਦੇ ਨੇ ਕਿ ਅਸੀਂ ਚੇਲੇ ਆ। A Christian has the spirit and the flesh. ਜਿਹੜਾ ਇੱਕ ਮਸੀਹ ਹੈਗਾ ਉਹਦੇ ਅੰਦਰ ਆਤਮਾ ਹੈ ਤੇ ਸਰੀਰ ਹੈ। The service of God which comes from the flesh, which is ruled by the flesh, is not beneficial towards God. ਉਹ ਜਿਹੜੀ ਪਰਮੇਸ਼ਰ ਸੇਵਾ ਜੇ ਅਸੀਂ ਸਰੀਰ ਤੋਂ ਕਰਦੇ ਆ ਉਹ ਪਰਮੇਸ਼ਰ ਵਾਸਤੇ ਫਾਇਦੇਮੰਦ ਨਹੀਂ। That which comes out of the influence of the spirit serves God. ਜਿਹੜੀ ਚੀਜ਼ ਆਤਮਾ ਦੁਆਰਾ ਪ੍ਰੇਰਿਤ ਹੋ ਕੇ ਆਂਦੀ ਹੈ ਉਹ ਪਰਮੇਸ਼ਰ ਦੀ ਸੇਵਾ ਕਰਦੀ ਹੈ। So the next question is logical. How do you distinguish this? ਹੁਣ ਅਗਲਾ ਸਵਾਲ ਦੋਨਾਂ ਦਾ ਫਰਕ ਕਿਵੇਂ ਹੋਏ? The word of God has the solution. ਪਰਮੇਸ਼ਰ ਦਾ ਵਚਨ ਜਿਹਦਾ ਹੱਲ ਹੈ। Hebrews 4:12. ਇਬਰਾਨੀਆਂ 4:12 For the word of God is quick and powerful and sharper than any two-edged sword, piercing even to the dividing asunder of soul and spirit, joints and marrow, and is a discerner of the thoughts and intents of the heart. क्योंकि परमेश्वर का वचन जीवित और प्रबल और हर एक दो धारी तलवार से भी बहुत चोखा है। वह जीव और आत्मा को और गांठ गांठ और गूदे गूदे को अलग करके आर पार छेदता है और मन की भावनाओं और विचारों को जांचता है। So you want to know how you are serving God? Read God's word. ऐसा कर जे तुसीं जानना चाहते हो भी क्या तुसीं परमेश्वर सेवा कर रहे हो वचन पढ़ो। It divides the spirit and the soul. ਉਹ ਸਾਡੀ ਜਿਹੜੀ ਆਤਮਾ ਤੇ ਮਨ ਨੂੰ ਅਲੱਗ ਕਰਦਾ ਹੈ। It divides the thoughts and intents of the heart. ਸਾਡੇ ਵਿਚਾਰਾਂ ਨੂੰ ਤੇ ਖਿਆਲਾਂ ਨੂੰ ਅਲੱਗ ਕਰਦਾ ਹੈ। You may have good thoughts, ਹੋ ਸਕਦਾ ਤੁਹਾਡੇ ਅੱਛੇ ਵਿਚਾਰ bad ਹੋਣ intention, ਪਰ ਕੰਮ ਕਰਨ ਦਾ ਇੰਟੈਂਸ਼ਨ ਨਾ ਹੋਵੇ। but sometimes in our busyness of life we don't know the difference. ਕਈ ਵਾਰ ਅਸੀਂ ਇੰਨੇ ਜ਼ਿਆਦਾ ਵਿਅਸਤ ਹੁੰਨੇ ਆ ਕਿ ਦੋਨਾਂ ਦਾ ਫਰਕ ਨਹੀਂ ਪਤਾ ਲੱਗਦਾ। But when you read God's word, it reveals what you are, what I am. ਜਦੋਂ ਵਚਨ ਪੜੋਗੇ ਤੇ ਤੁਹਾਡੇ ਤੇ ਜ਼ਾਹਿਰ ਹੋਏਗਾ ਤੁਸੀਂ ਕੌਣ ਹੋ। The next verse 4:13 says, neither is there any creature that is not manifest in his sight, but all things are naked and open unto the eyes of him with whom we have to do. और सृष्टि की कोई वस्तु उससे छुपी नहीं है, वरन जिससे हमें काम है उसकी आंखों के सामने सब वस्तुएं खुली और बेपर्दा हैं। All creatures, हर जीव जड़े ने devil, evil spirits can easily be recognized. शैतान बुरी आत्मा हर चीज ਨੂੰ पहचाने जा The सकता word है। of God has that power. परमेश्वर ਦੇ वचन ही ताकत है। Everything becomes clear. हर चीज स्पष्ट। Are you willing to read? क्या ਤੁਸੀਂ ਪੜਨ ਨੂੰ ਤਿਆਰ Are ਹੋ? you willing to eat it up like food? क्या ਤੁਸੀਂ ਭੋਜਨ ਤਰ੍ਹਾਂ ਖਾਣ ਨੂੰ ਤਿਆਰ ਹੋ? I call it the miracle glass. ਮੈਂ ਉਹਨੂੰ ਅਦਭੁਤ ਸ਼ੀਸ਼ਾ ਕਹਿੰਦਾ You can see everything clearly. ਜਿੰਦੇ ਚ ਸਭ ਕੁਝ ਦੇਖ ਸਕਦੇ ਹਾਂ ਸਾਫ਼। Because you see, you bearing fruit is the key. And to bear fruit, the key is the word of God. ਫਲਦਾਰ ਤੁਹਾਡਾ ਹੋਣਾ ਹੀ ਵਚਨ ਦੇ ਨਾਲ ਸੰਬੰਧਿਤ ਹੈ। You say you are a believer. ਤੁਸੀਂ ਕਹਿੰਦੇ ਤੁਸੀਂ ਵਿਸ਼ਵਾਸੀ ਹੋ। James 2:17 we saw a few weeks back. Even so, faith, if it hath not works, is dead, being alone.
जेम 2:17 के अंदर वैसे ही विश्वास भी यदि कर्म सहित ना हो तो अपने स्वभाव में मरा हुआ है। I want to reread it like this. मैं दोबारा पढ़ना चाहता हूं इस तरह, Even so, faith, if it has no fruit, is dead, being alone. इस तरह पढ़ना चाहता हूं कि faith, if it has no fruit, is dead, being alone. कि जे विश्वास ना कर्म ना हो, कर्म नहीं, फल ना हो. फल ना होए तो विश्वास अकेले किसी काम दा नहीं। So when you have faith, you need to produce the fruit of that faith. जे तुसी को तुहानू विश्वास हैगा ते उस विश्वास दा फल होना जरूरी है। The Bible speaks a lot about fruit. परमेश्वर दा वचन काफी फल दे बारे दसदा है। For example, Proverbs 11:30. नीति वचन 11:30, The fruit of the righteous is a tree of life, and he that winneth souls is wise. धर्मी का प्रतिफल जीवन का वृक्ष होता है और बुद्धिमान मनुष्य लोगों के मन को मोह लेता है। The fruit of the righteous is a tree of life. जेड़ा धर्मी दा अपना फल हैगा वो जीवन दा वृक्ष है। He's describing what is your fruit here. और दस रहा थाड़ा फल की है। Your fruit, when you are righteous before God, is a tree of life. जिदों तुसी परमेश्वर सामने धर्मी हैगे हो ते जीवन दे वृक्ष हैगे हो। And it will bring souls, because he winneth souls. ते ओ रूहां नू जितेगा। The proof of the righteousness working in us is the tree of life. ऐस चीज दा सबूत की धार्मिकता साडे अंदर काम कर रही है और जीवन दा वृक्ष है। It comes out of us, साडे अंदरों आंदा है because righteousness is given by God. क्योंकि धार्मिकता परमेश्वर वालों है। And righteousness, when it starts to activate in our lives, when we submit to righteousness, it brings a tree of life. ते जिदों असीं धार्मिकता दे अधीन होने आ ते साडे अंदर जीवन दा वृक्ष हुंदा है। That is the fruit of righteousness. ओ धार्मिकता दा फल है। Let's see another verse. एक और दिखांगे Jeremiah 6:19. जरमाया 6:19, Hear, O earth, behold, I will bring evil upon these people, even the fruit of their thoughts, because they have not hearkened unto my words, nor to my law, but rejected it. हे पृथ्वी सुन देख कि मैं इस जाति पर यह विपत्ति ले आऊंगा जो उनकी कल्पनाओं का फल है, क्योंकि इन्होंने मेरे वचनों पर ध्यान नहीं लगाया और मेरी शिक्षा को इन्होंने निकम्मी जाना। If you neglect the word of God, जिदों असीं परमेश्वर दे वचन नूं ध्यान नहीं दिंदे, the principle is the fruit of your thoughts will be what you will get. ते सिद्धांत हैगा कि तुहाडी सोचां दा फल तुहानूं मिलेगा। You see, what you think is what you are. जो तुसीं सोचदे हो उहियो तुसीं हैगे हो। Proverbs 23:7 says, नीति वचन 23:7, For as he thinketh in his heart, so is he. क्योंकि जैसा वह अपने मन में विचार करता है वैसा वह आप है। You are what you think. तुसी उहियो हैगे जो तुसीं सोचदे If हो। you put the word of God in your thought process, it will bring the tree of life. जे तुसी परमेश्वर दे वचन नूं अपनी सोच दे विच लेके आओगे तो जीवन दा वृक्ष पैदा करेगा। Something inside, something outside. कुछ अंदर कुछ बाहर। You bring forth the fruit of your thoughts. तुसी अपने बाहर अपनी सोचां दा फल ले आओगे। You have something against this brother, that sister, but outside you are smiling. Oh brother, I am praying for you, I love you, but inside you are thinking, oh, he did that day to me. What a thing. You see this double standards. ਜਦੋਂ ਆਪਾਂ ਦੋਹਰਾ ਸਟੈਂਡਰਡ ਇਸਤੇਮਾਲ ਕਰਨੇ ਆ ਸਾਡੇ ਦਿਲ ਹੀ ਤਾਂ ਭਰਾ ਦੇ ਪ੍ਰਤੀ ਗੁੱਸਾ ਹੈਗਾ ਪਰ ਅਸੀਂ ਉੱਪਰੋਂ ਮੁਸਕਰਾਉਂਦੇ ਆ। Oh brother, you see, very humble. कि भरा तू बड़ा दीन लगता है, But inside something else. अंदर कुछ और चल रहा God है। is watching it, my dear brothers and मेरे sisters. भराओ परमेश्वर देख रहा है। He will bring the fruit of your thoughts outside. वो ਤੁਹਾਡੇ ਜਿਹੜੀ ਸੋਚ ਦਾ ਫਲ ਹੈ ਬਾਹਰ ਲੈ ਕੇ ਆਏਗਾ। He will see, he will show people what you are and what I am if I am doing that practice. ਉਹ ਲੋਕਾਂ ਨੂੰ ਦਿਖਾਏਗਾ ਕਿ ਜੋ ਤੁਸੀਂ ਤੇ ਮੈਂ ਕਰ ਰਹੇ ਹਾਂ। We can't deceive God. ਅਸੀਂ ਪਰਮੇਸ਼ਵਰ ਨੂੰ ਧੋਖਾ ਨਹੀਂ ਦੇ ਸਕਦੇ। Another example, ਹੋਰ ਉਦਾਹਰਣ, fruit of the lips. ਹੋਠਾਂ ਦਾ ਫਲ, Isaiah 57:19. ਅਜ਼ਾਇਆ 57:19, I create the fruit of the lips, peace, peace unto him that is far off and to him that is near, saith the Lord, and I will heal him. मैं मुंह के फल का सर्जनहार हूं, यहोवा ने कहा, जो दूर और जो निकट है दोनों को पूरी शांति मिले और मैं उनको चंगा करूंगा। They have taken this verse out of context and made a doctrine out of it. ਇੱਥੇ ਲੋਕਾਂ ਨੇ ਜਿਹੜਾ ਪਰਮੇਸ਼ਰ ਦਾ ਵਚਨ ਹੈਗਾ
ਇਹਨੂੰ ਤੋੜ ਕੇ ਇਹਦਾ ਸਿਧਾਂਤ ਬਣਾਇਆ ਹੈ। They say, I decree this on you, I decree prosperity, I decree this, I decree healing. These all this new fashion nowadays, you will find a lot on Facebook and other places. ਅੱਜ ਕੱਲ੍ਹ ਲੋਕੀ ਇਹਦਾ ਗਲਤ ਮਤਲਬ ਨਿਕਾਲਦੇ ਨੇ, ਉਹ ਕਹਿੰਦੇ ਨੇ ਮੈਂ ਐਲਾਨ ਕਰਨਾ ਤੁਹਾਡੇ ਵਾਸਤੇ ਇਹ ਫਾਇਦਾ ਹੋਏਗਾ, ਮੈਂ ਐਲਾਨ ਕਰਨਾ ਤੁਹਾਡੇ ਵਾਸਤੇ ਇਹ ਫਾਇਦਾ ਹੋਏਗਾ। But what is the fruit of the lips then? ਪਰ ਮੂੰਹ ਦੇ ਫਲ ਕੀ ਹੈਗੇ ਨੇ? Hebrews 13:15. ਇਬਰਾਨੀਆਂ 13:15 By him, therefore, let us offer the sacrifice of praise to God continually. That is the fruit of our lips, giving thanks to his name. इसलिए हम उसके द्वारा स्तुति रूपी बलिदान अर्थात उन होंठों का फल जो उसके नाम का अंगीकार करते हैं परमेश्वर के लिए सर्वदा चढ़ाया करें। When you start praising God, ਜਦੋਂ ਅਸੀਂ ਪਰਮੇਸ਼ਵਰ ਦੀ ਸਤੁਤੀ ਕਰਦੇ when ਹਾਂ, your heart is overflowing with gratefulness, ਜਦੋਂ ਤੁਹਾਡਾ ਦਿਲ ਜਿਹੜਾ ਹੈਗਾ ਸ਼ੁਕਰਗੁਜ਼ਾਰੀ ਨਾਲ ਭਰਿਆ ਹੈ, God will create the fruit of your lips. ਪਰਮੇਸ਼ਵਰ ਤੁਹਾਡੇ ਹੋਂਠਾਂ ਦਾ ਫਲ ਪੈਦਾ We'll ਕਰੇਗਾ। start praising him more. ਫਿਰ ਤੁਸੀਂ ਜ਼ਿਆਦਾ ਪਰਮੇਸ਼ਵਰ ਦੀ ਆਰਾਧਨਾ ਕਰੋਗੇ। Have we improved from last week, my dear brothers and sisters? ਮੇਰੇ ਭੈਣੋ ਭਰਾ ਪਿਛਲੇ ਹਫਤੇ ਤੋਂ ਅੱਗੇ ਵੱਧ ਗਏ। Has your thanksgiving increased? ਕਿਆ ਤੁਹਾਡਾ ਸ਼ੁਕਰਗੁਜ਼ਾਰੀ ਵਧੀ ਹੈ? Thanksgiving is not natural, ਸ਼ੁਕਰਗੁਜ਼ਾਰੀ ਸੁਭਾਵਿਕ ਨਹੀਂ ਹੈ, because in our flesh there is no good thing. ਕਿਉਂਕਿ ਸਾਡੇ ਸਰੀਰ ਕੋਈ ਅੱਛੀ ਚੀਜ਼ ਨਹੀਂ ਹੈ। Thanksgiving comes out of gratefulness. ਸ਼ੁਕਰਗੁਜ਼ਾਰੀ ਜਿਹੜੀ ਹੈਗੀ ਹੈ ਆਭਾਰੀ ਦਿਲ ਤੋਂ ਨਿਕਲਦੀ ਹੈ। Gratefulness to God comes out of realizing and understanding what God has done in our lives. ਤੇ ਪਰਮੇਸ਼ਵਰ ਨੇ ਸਾਡੇ ਜੀਵਨ ਵਿੱਚ ਕੀ ਕੀਤਾ ਹੈਗਾ, ਉਹ ਸਾਡੇ ਉਹਦੇ ਨਾਲ ਸਾਡਾ ਮਨ ਆਭਾਰ ਪ੍ਰਗਟ ਕਰਦਾ Lord ਹੈ। Jesus has given us his life, ਪ੍ਰਭੂ ਯਿਸੂ ਮਸੀਹ ਨੇ ਸਾਨੂੰ ਜੀਵਨ ਦਿੱਤਾ ਹੈ, his power, ਤਾਕਤ, his love, ਪਿਆਰ, his authority, ਉਹਨਾਂ ਦਾ ਅਧਿਕਾਰ, millions of other things. ਬਹੁਤ ਸਾਰੀ ਹੋਰ ਅਜੀਬ ਚੀਜ਼ਾਂ। Even if you praise him every second of the day, it is not enough. ਜੇ ਅਸੀਂ ਆਪਣੇ ਜੀਵਨ ਦੇ ਹਰ ਇੱਕ ਦਿਨ ਦੇ ਹਰ ਸੈਕਿੰਡ ਉਹਨਾਂ ਦੀ ਸਤੁਤੀ ਕਰੀਏ ਕਾਫੀ ਨਹੀਂ But ਹੈ। in 24 hours, how much do we praise him? ਪਰ 24 ਘੰਟੇ ਅਸੀਂ ਕਿੰਨੀ ਉਹਦੀ ਸਤੁਤੀ ਕਰਦੇ In ਹਾਂ। fact, the Bible demands it. ਪਰ ਵਚਨ ਇਸ ਚੀਜ਼ ਦਾ ਮੰਗ ਕਰਦਾ Psalm ਹੈ। 103:2. 103 ਦਾ 2 ਵਚਨ Bless the Lord, O my soul, and forget not any of his benefits. हे मेरे मन यहोवा को धन्य कह और उसके किसी उपकार को ना भूलना। If you are waiting for inspiration for thanksgiving, you will be deceived. You have to put your foot forward. ਜੇ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਤੁਹਾਨੂੰ ਸ਼ੁਕਰਾਨਾ ਤਿਆਰ ਹੋਏਗਾ ਤੇ ਤੁਸੀਂ ਗਲਤ ਕਰ ਰਹੇ ਹੋ, ਤੁਹਾਨੂੰ ਸ਼ੁਕਰਾਨੇ ਤੋਂ ਸ਼ੁਰੂ ਕਰਨਾ ਚਾਹੀਦਾ This ਹੈ। is something you should do consciously. ਤੁਸੀਂ ਇਹਨੂੰ ਖੁਦ ਕਰਨਾ ਹੈਗਾ। Psalm 156th verse, the last verse in Psalm says like this: Let everything that hath breath praise the Lord, praise ye the Lord. जितने प्राणी हैं सब के सब या की स्तुति करो, या की स्तुति करो। In the morning when you wake up, you hear the birds singing praises to God. ਸਵੇਰੇ ਜਦੋਂ ਤੁਸੀਂ ਉੱਠਦੇ ਹੋ ਜਿਹੜੇ ਪੰਛੀ ਹੈਗੇ ਨੇ ਉਹ ਪਰਮੇਸ਼ਵਰ ਦੀ ਸਤੁਤੀ ਕਰਦੇ ਨੇ। It's only Christians who are sleeping. ਸਿਰਫ ਮਸੀਹ ਲੋਕ ਸੋ ਰਹੇ ਹੁੰਦੇ ਨੇ। What do we wake up with? ਅਸੀਂ ਕਿਸ ਚੀਜ਼ ਨਾਲ ਜਾਗਨੇ ਆ? This another thing the Bible talks about, the fruit of the Spirit. ਦੂਸਰਾ ਆਤਮਾ ਦੇ ਫਲ ਦੀ ਬਾਈਬਲ ਗੱਲ ਕਰਦੀ ਹੈ। Bible says we are the temple of the Holy Spirit. ਪਰਮੇਸ਼ਵਰ ਦਾ ਵਚਨ ਦੱਸਦਾ ਅਸੀਂ ਪਵਿੱਤਰ ਆਤਮਾ ਦਾ ਮੰਦਿਰ He ਹਾਂ। will remain the temple of the Holy Spirit if we don't do anything with it. ਅਸੀਂ ਕਿਆ ਮੰਦਿਰ ਰਵਾਂਗੇ ਜੇ ਅਸੀਂ ਉਹਦੇ ਨਾਲ ਕੁਝ ਵੀ ਨਹੀਂ ਕਰਦੇ ਹੈਗੇ। You have to submit to him. You have to allow the fleshly deeds to be overturned by him. Then only the fruit will come out. ਐਸ ਕਰਕੇ ਅਸੀਂ ਆਤਮਾ ਨੂੰ ਮੌਕਾ ਦੇਣਾ ਹੈਗਾ ਕਿ ਅਸੀਂ ਸ਼ਰੀਰੀ ਚੀਜ਼ਾਂ ਤੋਂ ਹਟ ਕੇ ਆਤਮਾ ਦੇ ਫਲਾਂ ਨੂੰ ਜ਼ਾਹਰ ਕਰੀਏ। Remember, fruit has to come from inside. ਜਿਹੜਾ ਫਲ ਹੈਗਾ ਤੁਹਾਡੇ ਅੰਦਰੋਂ ਪੈਦਾ ਹੁੰਦਾ ਹੈ। Galatians 5:22-23. ਗਲਾਤੀਆਂ 5 ਦਾ 22 ਤੋਂ 23। But the fruit of the Spirit is love, joy, peace, long-suffering, gentleness, goodness, faith, meekness, temperance. Against such there is no law. पर आत्मा का फल प्रेम, आनंद, मेल, धीरज, कृपा, भलाई, विश्वास, नम्रता और संयम है। ऐसे ऐसे कामों के विरोध में कोई भी व्यवस्था नहीं। Since the fruit is singular word, क्योंकि फल जड़ा हैगा वो एक सिंगुलर हैगा। it is the 9 characteristics of the fruit. ए फल दे 9 अपना फ्लेवर हैगे ने। It will come as the fruit grows. These 9 characteristics will come out of us. जिवें साडे अंदर है फल वधदा हैगा उवें उनदे उन जेडे फ्लेवर हैगे ने वो बाहर आंदे ने। We'll leave this on this verse. Love is the first one. प्रेम पहला हैगा। English has one word for love. इंग्लिश विच प्यार दा इक्को हैगा। Greek has 4 words.
ਇਬਰਾਨੀ ਭਾਸ਼ਾ 'ਚ 4 ਹੈਗੇ ਨੇ। Here the love mentioned is divine love. ਇੱਥੇ ਜਿਹੜਾ ਪ੍ਰੇਮ ਦੀ ਗੱਲ ਕੀਤੀ ਗਈ ਹੈ ਉਹ ਆਤਮਿਕ No, God's love. ਪਰਮੇਸ਼ਵਰ ਦੇ ਪ੍ਰੇਮ ਦੀ ਗੱਲ It is ਕੀਤੀ called agape. ਇਹਨੂੰ ਅਗਾਪੇ ਕਹਿੰਦੇ There are ਨੇ। many types of love when you see about love. ਅਸੀਂ ਜਦੋਂ ਪ੍ਰੇਮ ਦੀ ਪਰਿਭਾਸ਼ਾ ਦੇਖਦੇ ਹਾਂ ਬਹੁਤ ਤਰੀਕੇ ਦਾ ਪ੍ਰੇਮ ਹੈ। Love between man and woman. ਆਦਮੀ ਤੇ ਔਰਤ ਦੇ ਵਿੱਚ, Love between parents and children. ਮਾਂ-ਬਾਪ ਤੇ ਬੱਚਿਆਂ ਦੇ ਵਿੱਚ, Love between friends. ਦੋਸਤਾਂ ਦੇ ਦਰਮਿਆਨ। But the highest form, higher than all this, is Pasar- the divine love. ਪਰ ਸਾਰਿਆਂ ਤੋਂ ਉੱਪਰ ਪਰਮੇਸ਼ਵਰ ਦਾ ਪ੍ਰੇਮ ਹੈ, Agape. ਅਗਾਪੇ। That cannot come from within us. ਉਹ ਸਾਡੇ ਅੰਦਰੋਂ ਨਹੀਂ ਹੁੰਦਾ, All the other ones come from within us. ਬਾਕੀ ਸਾਰੇ ਸਾਡੇ ਅੰਦਰੋਂ ਆਉਂਦੇ ਨੇ। Nobody needs to teach you about that love. ਕਿਸੇ ਨੂੰ ਸਿਖਾਉਣ ਦੀ ਜ਼ਰੂਰਤ ਨਹੀਂ ਹੈ। When you have a child, you'll start to love the child. The love comes from inside. ਜੇ ਤੁਹਾਡੇ ਬੱਚਾ ਹੁੰਦਾ ਹੈ, ਤੁਹਾਡਾ ਪਿਆਰ ਆਪਣੇ ਆਪ ਅੰਦਰੋਂ ਆਉਂਦਾ That's ਹੈ। why it is called the fruit of the womb. ਤਾਂ ਹੀ ਉਹਨੂੰ ਕੋਖ ਦਾ ਫਲ ਕਹਿੰਦੇ ਨੇ। But this love, agape, comes from the fruit of the Spirit. ਪਰ ਇਹ ਜਿਹੜਾ ਪਰਮੇਸ਼ਵਰੀ ਪ੍ਰੇਮ ਹੈਗਾ ਉਹ ਆਤਮਾ ਤੋਂ ਪੈਦਾ ਹੁੰਦਾ It ਹੈ। is sacrificial love. ਇਹ ਬਲੀਦਾਨ ਮੰਗਦਾ ਹੈ। It is the love your enemies type of love. It is love your enemies type of love. ਇਹ ਉਸ ਤਰ੍ਹਾਂ ਦਾ ਪਿਆਰ ਹੈ ਜਿਹੜਾ ਅਸੀਂ ਦੁਸ਼ਮਣਾਂ ਨਾਲ ਕਰਨਾ ਹੈ, It is the laying down of your life type of love. ਜਿਹੜਾ ਆਪਾਂ ਅਸੀਂ ਜੀਵਨ ਦਾ ਬਲੀਦਾਨ ਦੇਣਾ ਹੈ, Vaisa pyar. ਉਸ ਤਰ੍ਹਾਂ ਦਾ ਪਿਆਰ ਹੋਣਾ ਚਾਹੀਦਾ। Love which is not self-preserving. ਉਹ ਜਿਹੜਾ ਆਪਣੇ ਆਪ ਵਾਸਤੇ ਨਹੀਂ ਹੈਗਾ, It's not selfish. ਜਿਹੜਾ ਸੈਲਫਿਸ਼ ਨਹੀਂ ਹੈਗਾ, Thinking about my own self, ਜਿਹੜਾ ਆਪਣੇ ਬਾਰੇ ਨਹੀਂ ਸੋਚਦਾ, my friends, my family, my work, my business. ਆਪਣੇ ਪਰਿਵਾਰ, ਆਪਣਾ ਵਪਾਰ, ਆਪਣੇ ਬਾਰੇ ਨਹੀਂ ਸੋਚਦਾ। This is the love which fulfills the 2 great commandments. ਇਹ ਪਿਆਰ ਹੈਗਾ ਜਿਹੜਾ 2 ਹੁਕਮਾਂ ਨੂੰ ਪੂਰਾ ਕਰਦਾ Love ਹੈ। the Lord with all your heart, all your mind, and all your soul. ਆਪਣੇ ਪੂਰੇ ਆਤਮਾ, ਪੂਰੇ ਮਨ ਤੇ ਪੂਰੇ ਜ਼ੋਰ ਦੇ ਨਾਲ ਪਰਮੇਸ਼ਰ ਨਾਲ ਪਿਆਰ Love your ਕਰੋ neighbor as yourself. ਤੇ ਆਪਣੇ ਪੜੋਸੀ ਨੂੰ ਆਪਣੇ ਵਰਗਾ ਪ੍ਰੇਮ ਕਰੋ। This is the love that prays to God to forgive your enemies. ਇਹ ਉਹ ਪਿਆਰ ਹੈਗਾ ਜਿਹੜਾ ਤੁਹਾਨੂੰ ਅਗਾਹ ਕਰਦਾ ਕਿ ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ Even when ਕਰੋ। you didn't do any wrong. ਭਾਵੇਂ ਤੁਸੀਂ ਗਲਤ ਨਾ ਕੀਤਾ This ਹੋਵੇ, is not coming from within us. ਇਹ ਸਾਡੇ ਅੰਦਰੋਂ ਨਹੀਂ ਹੁੰਦਾ। Our flesh cannot give such lofty love. ਸਾਡਾ ਸਰੀਰ ਇਤਨਾ ਵੱਡਾ ਪਿਆਰ ਨਹੀਂ ਦੇ ਸਕਦਾ। This love can come only from God. ਇਹ ਪਿਆਰ ਸਿਰਫ ਪਰਮੇਸ਼ਰ ਵੱਲੋਂ ਆਉਂਦਾ Do ਹੈ। we have this in our life? ਕਿਆ ਸਾਡੇ ਜੀਵਨ ਵਿੱਚ ਹੈਗਾ? Is God glorified in us? ਕਿਆ ਪਰਮੇਸ਼ਰ ਨੂੰ ਮਹਿਮਾ ਮਿਲਦੀ Let's ਹੈ? put that verse on. Keep that on. Don't turn it off. Next one is joy. ਦੂਸਰਾ ਹੈਗਾ ਆਨੰਦ। There is a big difference between happiness and joy. ਫਰਕ ਹੈਗਾ ਖੁਸ਼ੀ ਤੇ ਆਨੰਦ ਵਿੱਚ। Happiness is the expression of the flesh. Joy is the expression of the spirit. ਖੁਸ਼ੀ ਜਿਹੜੀ ਹੈਗੀ ਹੈ ਸਰੀਰਿਕ ਹੈਗੀ ਹੈ, ਆਨੰਦ ਜਿਹੜਾ ਹੈਗਾ ਆਤਮਾ ਦਾ ਹੈ। Happiness is an emotion. Joy is a fountain. ਜਿਹੜੀ ਖੁਸ਼ੀ ਹੈਗੀ ਉਹ ਭਾਵਨਾ ਹੈਗੀ ਹੈ, ਆਨੰਦ ਜਿਹੜਾ ਹੈ ਝਰਨਾ ਹੈਗਾ। Happiness is temporary, whereas joy overflows all situations. ਖੁਸ਼ੀ ਜਿਹੜੀ ਹੈਗੀ ਹੈ ਉਹ ਆਪਣਾ ਸਮੇਂ ਬਸ ਸਮੇਂ ਦੀ ਹੈਗੀ ਹੈ ਤੇ ਜਿਹੜਾ ਆਨੰਦ ਹੈਗਾ ਉਹ ਸਾਡੇ ਅੰਦਰੋਂ ਓਵਰਫਲੋ ਕਰਦਾ ਹੈ। People misuse it sometimes interchangeably. ਲੋਕੀ ਆਮ ਤੌਰ ਤੇ ਕੇਵਲ ਦੋਨਾਂ ਸ਼ਬਦਾਂ ਨੂੰ ਇੱਕ ਸਮਝਦੇ ਨੇ। Scripture is very specific. ਵਚਨ ਸਾਫ਼ ਦੱਸਦਾ The ਹੈ। Greek word for happy is makarios. ਜਿਹੜਾ ਗ੍ਰੀਕ ਵਰਡ ਹੈਗਾ ਉਹ ਮਥਾਰੀਓਸ ਹੈਗਾ। For joy it is karach. ਫॉर ਜॉय ਵਾਸਤੇ ਕਰਾਕ ਹੈਗਾ। Are we bearing this fruit, my dear brothers and sisters? ਕਿਆ ਅਸੀਂ ਇਹ ਫਲ ਪੈਦਾ ਕਰ ਰਹੇ ਹਾਂ? Is our joy disturbed by very different sort of things which come around us? ਕਿਆ ਸਾਡੀ ਜਿਹੜੀ ਖੁਸ਼ੀ ਹੈਗੀ ਸੰਸਾਰਿਕ ਚੀਜ਼ਾਂ ਨਾਲ ਬਦਲ Do ਜਾਂਦੀ we ਹੈ? have the fountain of joy flowing from us? ਕਿਆ ਸਾਡੇ ਅੰਦਰ ਉਹ ਆਨੰਦ ਹੈਗਾ ਜਿਹੜਾ ਬਹਿੰਦਾ ਰਹਿੰਦਾ ਹੈ? As I said last week, Nehemiah 8:10, the joy of the Lord is my strength. ਕਿਉਂਕਿ ਪਰਮੇਸ਼ਵਰ ਦਾ ਪ੍ਰੇਮੀ ਮੇਰੀ ਤਾਕਤ ਤੇ ਨਿਮਾਇਆ ਦੱਸਦਾ ਹੈ। The next one is peace. ਅਗਲਾ ਹੈਗਾ ਸ਼ਾਂਤੀ। There is various types of peace. ਅਲੱਗ-ਅਲੱਗ ਤਰ੍ਹਾਂ ਦੀ ਸ਼ਾਂਤੀ Peace ਹੈ। between nations, ਦੇਸ਼ਾਂ ਦੇ ਵਿੱਚ, peace between people, ਲੋਕਾਂ ਦੇ ਵਿੱਚ, peace between man and God. ਪਰਮੇਸ਼ਵਰ ਤੇ ਇਨਸਾਨ ਦੇ ਵਿੱਚ। Here it is talking about peace between man and God. ਅਤੇ ਪਰਮੇਸ਼ਵਰ ਤੇ ਇਨਸਾਨ ਦੇ ਵਿੱਚ ਹੈ। You know, peace between nations is an agreement that we won't attack each other. Then they say these 2 nations are under peace. ਜਦੋਂ ਕੋਈ ਦੇਸ਼ਾਂ ਦੇ ਵਿੱਚ ਆਪਣਾ ਸ਼ਾਂਤੀ ਹੁੰਦੀ ਹੈ ਤਾਂ ਆਪਸ ਵਿੱਚ ਅਹਿਦ ਕਰਦੇ ਨੇ ਅਸੀਂ ਇੱਕ ਦੂਜੇ ਤੇ ਲੜਾਈ ਨਹੀਂ ਕਰਾਂਗੇ। Peace between people is you settle the matters and be friends. So that is the peace between people. ਲੋਕਾਂ ਦੇ ਵਿੱਚ ਸ਼ਾਂਤੀ ਅਸੀਂ ਕਹਿੰਦੇ ਹਾਂ ਅਸੀਂ ਆਪਸ ਝਗੜਾ ਖਤਮ ਕਰਨੇ ਆ ਤੇ ਆਪਾਂ ਸ਼ਾਂਤੀ ਰਹੇ। Whereas the peace between God is a peace that passeth all understanding. ਪਰ ਜਿਹੜੀ ਪਰਮੇਸ਼ਵਰ ਦੇ ਨਾਲ ਸ਼ਾਂਤੀ ਹੈ ਉਹ ਸਾਡੀ ਸਾਰੀ ਸਮਝ ਤੋਂ ਪਰੇ ਹੈ। It is like a referee.
ਇੱਕ ਰੈਫਰੀ ਤਰ੍ਹਾਂ ਹੈ It is a monitor of our moral state. ਉਹ ਸਾਡਾ ਜਿਹੜਾ ਮੋਰਲ ਸਟੇਟ ਹੈ ਉਹਦਾ ਮੋਨੀਟਰ ਹੈ When we sin, the peace disappears. ਤੇ ਜਦੋਂ ਅਸੀਂ ਗੁਨਾਹ ਕਰਦੇ ਆ ਉਹ ਪੀਸ ਸਾਡੇ ਤੋਂ Then ਦੂਰ we ਹੋ know ਜਾਂਦਾ we ਹੈ। have done something which displeased God. ਫਿਰ ਸਾਨੂੰ ਪਤਾ ਲੱਗਦਾ ਕੋਈ ਐਸਾ ਕੰਮ ਕੀਤਾ ਹੈ ਜਿੰਦਾ ਪਰਮੇਸ਼ਵਰ Then you ਨੂੰ leave ਨਾਰਾਜ਼ਗੀ ਹੋਈ everything. ਹੈ। Then you leave everything and go to God, kneel down and repent and pray and set it right. And then the peace comes back. ਫਿਰ ਅਸੀਂ ਆਪਣਾ ਘੁਟਨੇ ਵੱਲ ਉਹ ਸਾਰੇ ਕੰਮ ਛੋੜ ਕੇ ਘੁਟਨੇ ਦੇ ਵੱਲ ਹੋ ਕੇ ਪਛਤਾਵਾ ਕਰਨੇ ਆ ਜਦੋਂ ਪਛਤਾਵਾ ਕਰਨੇ ਆ, ਫਿਰ ਪਰਮੇਸ਼ਵਰ ਦਾ ਸ਼ਾਂਤੀ ਦੁਬਾਰਾ ਆਉਂਦੀ ਹੈ। We have sometimes, most Christians don't have a clue about this peace. ਬਹੁਤ ਸਾਰੇ ਮਸੀਹਾਂ ਨੂੰ ਕੋਈ ਅੰਦਾਜ਼ਾ ਹੀ ਨਹੀਂ ਹੈ ਕੀ ਚੀਜ਼ ਹੈ Because iniquity caused a barrier between God and us. ਕਿਉਂਕਿ ਜਿਹੜੇ ਆਪਣਾ ਗੁਨਾਹ ਹੈਗਾ ਉਹਨੇ ਤੁਹਾਡੇ ਤੇ ਪਰਮੇਸ਼ਵਰ ਦੇ ਵਿੱਚ ਦਰਾਰ ਪੈਦਾ ਕੀਤੀ ਹੈ। This, when we don't have this, we are like walking in darkness. ਜੇ ਸਾਡੇ ਕੋਲ ਇਹ ਚੀਜ਼ ਨਹੀਂ ਹੈ ਤੇ ਇੰਨਾ ਮੰਦਾ ਅਸੀਂ ਅੰਧਕਾਰ ਹੀ ਚੱਲ ਰਹੇ When ਹਾਂ। we sin, we don't even know that we have displeased God. ਜਦੋਂ ਅਸੀਂ ਗੁਨਾਹ ਕਰਨੇ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਪਰਮੇਸ਼ਵਰ ਨੂੰ ਨਾਰਾਜ਼ ਕੀਤਾ ਹੈ। Next one is long suffering. ਉਸ ਤੋਂ ਅਗਲਾ ਹੈਗਾ ਧੀਰਜ। It's another word for endurance, patience. ਉਹ ਇੱਕ ਹੋਰ ਹੈਗਾ ਕਿ ਅਸੀਂ ਆਪਣੇ ਆਪ ਨੂੰ ਕਿੰਨਾ ਧੈर्य ਰੱਖਨੇ ਆ। Today we live in an instant world. ਅੱਜ ਕੱਲ੍ਹ ਅਸੀਂ ਇਨਸਟੈਂਟ ਸੰਸਾਰ 'ਚ ਹੈਗੇ ਆ। We want everything microwavable, ਅਸੀਂ ਚਾਹੁੰਦੇ ਹਾਂ ਹਰ ਚੀਜ਼ ਮਾਈਕ੍ਰੋਵੇਵ ਤਰ੍ਹਾਂ ਹੋਵੇ, quick lunches. ਜਲਦੀ ਖਾਣਾ ਬਣੇ। But scripture talks about patience. ਪਰ ਪਰਮੇਸ਼ਵਰ ਦਾ ਵਚਨ ਧੀਰਜ ਦੀ ਗੱਲ ਕਰਦਾ ਹੈ। Values patience. ਧੀਰਜ ਦੀ ਕੀਮਤ। Patience comes from the Holy Spirit. ਧੀਰਜ ਪਵਿੱਤਰ ਆਤਮਾ ਦਾ ਵੱਲੋਂ ਆਉਂਦਾ ਹੈ। In speaking to the church at Ephesus, the Lord spoke many things against the church, but he told one good thing, Revelation 2:3, and has borne and has had patience, and for my name's sake has labored and has not fainted. ਐਫਸਸ ਦੀ ਕਲੀਸਿਆ ਦੇ ਬਾਰੇ ਪ੍ਰਕਾਸ਼ਿਤ ਵਾਕਿਆ 'ਚ 2:3 ਕਹਿੰਦਾ ਹੈ, और तू धीरज धरता है और मेरे नाम के लिए दुख उठाते उठाते थका नहीं। Patience in the things of the Lord. परमेश्वर दी गल्लां विच धीरज। Slowly you have to work with the Holy Spirit to change your life. ਆਪਾਂ ਹੌਲੀ ਹੌਲੀ ਪਵਿੱਤਰ ਆਤਮਾ ਦੀ ਮਦਦ ਨਾਲ ਜੀਵਨ ਵਿੱਚ ਬਦਲਾਵ ਲੈ ਕੇ ਆਣਾ ਹੈ। Patience is how the Lord is going to work in our lives. ਧੀਰਜ ਦੇ ਜ਼ਰੀਏ ਪਰਮੇਸ਼ਵਰ ਸਾਡੇ ਜੀਵਨ ਵਿੱਚ ਕੰਮ ਕਰਦੇ ਨੇ। The next one is gentleness. ਅਗਲਾ ਹੈਗਾ ਆਪਣਾ ਕਿਰਪਾ। Gentleness, another word in English for gentleness, where the Greek word for gentleness is integrity. ਇਹਦਾ ਦੂਸਰਾ ਜਿਹੜਾ ਸ਼ਬਦ ਹੈ ਇੰਟੈਗ੍ਰਿਟੀ ਹੈਗਾ। A Christian should be a person of integrity. ਕੋਈ ਜਿਹੜਾ ਮਸੀਹ ਬੰਦਾ ਹੈਗਾ ਉਹ ਜ਼ਰੂਰੀ ਹੈ ਕਿ ਇੰਟੈਗ੍ਰਿਟੀ ਦਾ ਬੰਦਾ ਹੋਵੇ। What you see is what you get. ਜੋ ਤੁਸੀਂ ਦੇਖਦੇ ਹੋ ਤੁਹਾਨੂੰ ਮਿਲਦਾ ਹੈ। Inside life, outside life, secret life, every other life is transparent. ਹਰ ਜੀਵਨ ਭਾਵੇਂ ਤੁਸੀਂ ਗੁਪਤ ਸਮਝਦੇ ਹੋ ਭਾਵੇਂ ਖੁੱਲਾ ਸਮਝਦੇ ਹੋ, ਹਰ ਚੀਜ਼ ਪਰਮੇਸ਼ਵਰ ਸਾਹਮਣੇ ਬੇਪਰਦਾ ਹੈ। You cannot live double life. ਅਸੀਂ ਦੋਹਰਾ ਜੀਵਨ ਨਹੀਂ ਜੀ ਸਕਦੇ। You cannot be upset inside, smiling outside. ਤੁਸੀਂ ਇਹ ਅੰਦਰੋਂ ਨਾਰਾਜ਼ ਹੋ ਬਾਹਰੋਂ ਮੁਸਕਰਾ ਨਹੀਂ ਸਕਦੇ। That is not integrity. ਇਹਨੂੰ ਇੰਟੈਗ੍ਰਿਟੀ ਨਹੀਂ ਕਹਿੰਦੇ। Whatsoever is problem between other brothers, sisters, between God, the person of integrity will settle it so that it is clear and transparent. ਜਿਹੜਾ ਇੰਟੈਗ੍ਰਿਟੀ ਵਾਲਾ ਬੰਦਾ ਹੈ ਉਹ ਦੋ ਜੇ ਭਰਾਵਾਂ ਕੋਈ ਮਲਾਲ ਹੈਗਾ ਤਾਂ ਉਹਦਾ ਫੈਸਲਾ ਕਰੇਗਾ। Today in the church this is not encouraged. ਅੱਜ ਕੱਲ੍ਹ ਕਲੀਸਿਆ ਇਹਨੂੰ ਪ੍ਰੋਤਸਾਹਿਤ ਨਹੀਂ ਕੀਤਾ ਜਾਂਦਾ। Whatever you're inside, outside you have to behave very nice. ਜੋ ਵੀ ਤੁਹਾਡੇ ਅੰਦਰ ਹੋਵੇ ਉਹਦਾ ਕੋਈ ਮਤਲਬ ਨਹੀਂ, ਤੁਸੀਂ ਬਾਹਰੋਂ ਬੜਾ ਅੱਛਾ ਕਰਦੇ ਹੋ। When you offend somebody, they will say sorry. ਜਦੋਂ ਅਸੀਂ ਕਿਸੇ ਨੂੰ ਨਾਰਾਜ਼ ਕਰਦੇ ਹਾਂ ਸੌਰੀ ਕਰਦੇ ਹਾਂ। For what? ਕਿਸ ਵਾਸਤੇ? Nobody knows. ਕਿਸ ਨੂੰ ਨਹੀਂ ਪਤਾ। Just say sorry and everything is okay. I don't even need to talk to that brother. I told sorry already. ਅਸੀਂ ਸੌਰੀ ਕਹਤਾ ਇਸ ਕਰਕੇ ਦੂਸਰੇ ਭਰਾ ਨੂੰ ਗੱਲ ਕਰਨ ਦੀ ਲੋੜ ਨਹੀਂ ਹੈਗੀ। That is not integrity. ਇਹਨੂੰ ਇੰਟੈਗ੍ਰਿਟੀ ਨਹੀਂ ਕਹਿੰਦੇ। No one even considers this a sin anymore. ਕੋਈ ਬੰਦਾ ਇਹਨੂੰ ਅੱਜ ਕੱਲ੍ਹ ਪਾਪ ਨਹੀਂ ਸਮਝਦਾ। Goodness. ਭਲਾਈ। Lord Jesus describes this very well. ਪ੍ਰਭੂ ਯਿਸੂ ਮਸੀਹ ਬੜੇ ਖੁੱਲੇ ਤਰੀਕੇ ਨਾਲ ਦੱਸਦੇ ਨੇ। Matthew 19:17. ਮਤੀ 19:17। And he said unto him, Why callest me good? There is none good but one, that is God. उसने उससे कहा तुम मुझसे 1917 Yes. उसने उससे कहा तुम मुझसे भलाई के विषय में क्यों पूछता है? भला तो एक ही है। Read, brother, that is God. पर यदि तू जीवन के विषय में Oh, कहना they have not translated it. that's It's okay. There is only one good, that is God. एक कोई अच्छा है क्या? वो परमेश्वर। It is God's nature, goodness. परमेश्वर का स्वभाव है। God is good. परमेश्वर भला है। Here he is giving us the Lord Holy Spirit for us to become like him. ਅਤੇ ਸਾਨੂੰ ਪਵਿੱਤਰ ਆਤਮਾ ਦਿੱਤੀ ਤਾਂ ਕਿ ਅਸੀਂ ਉਹਨਾਂ ਤਰ੍ਹਾਂ ਬਣ ਜਾਈਏ। The fruit of the Holy Spirit is the way to get there.
ਪਵਿੱਤਰ ਆਤਮਾ ਦਾ ਫਲ ਹੈਗਾ ਉਹਨਾਂ ਤੱਕ ਪਹੁੰਚਣ ਵਾਸਤੇ। The next word he talks about is faith. ਅਗਲਾ ਹੈਗਾ ਵਿਸ਼ਵਾਸ। Faithful to his word. ਆਪਣੇ ਵਿਸ਼ਵਾਸ, ਆਪਣੇ ਵਚਨ ਤੇ ਵਿਸ਼ਵਾਸਯੋਗ। Faithful to his work. ਆਪਣੇ ਕੰਮ ਤੇ ਵਿਸ਼ਵਾਸਯੋਗ। Faithful to his church. ਕਲੀਸਿਆ ਨਾਲ ਵਿਸ਼ਵਾਸਯੋਗ। Faithful to whatever he has commanded you. ਜੋ ਵੀ ਉਹਨਾਂ ਨੇ ਹੁਕਮ ਦਿੱਤਾ ਹੈ। People faithfully serve the company for many years. ਲੋਕੀ ਬਹੁਤ ਵਿਸ਼ਵਾਸ ਦੇ ਨਾਲ ਸਾਰੀ ਕੰਪਨੀ ਕਈ ਸਾਲ ਕੰਮ ਕਰਦੇ I ਨੇ। had one great uncle, he served in the Middle East for 35 years for one company. ਮੇਰੇ ਇੱਕ ਅੰਕਲ ਸੀਗੇ ਮਿਡਲ ਈਸਟ, ਉਹਨਾਂ ਨੇ 35 ਸਾਲ ਕੰਮ ਕੀਤਾ। In the West, it is far and few between. ਤੇ ਇੱਥੇ ਅੱਜ ਕੱਲ ਇਹ ਚੀਜ਼ ਹੀ ਨਹੀਂ ਚਲਦੀ। It's East, it's quite common. ਈਸਟ ਵਿੱਚ ਕਾਮਨ ਹੈ। But are we faithful to God like that? ਪਰ ਅਸੀਂ ਕਿਆ ਪਰਮੇਸ਼ਵਰ ਦੇ ਪ੍ਰਤੀ ਵਿਸ਼ਵਾਸਯੋਗ ਹੈਗੇ ਹਾਂ? God has told you to do this and you are faithful to him. Whatever comes, I am going to be faithful to him. ਜੇ ਪਰਮੇਸ਼ਵਰ ਤੁਹਾਨੂੰ ਕੰਮ ਦਿੱਤਾ ਹੈ ਤੇ ਤੁਸੀਂ ਉਹਨੂੰ ਪੂਰੀ ਆਪਣਾ ਵਿਸ਼ਵਾਸਯੋਗਤਾ ਨਾਲ ਕਰੋਗੇ। Are we faithful to him in our service? ਕਿਆ ਅਸੀਂ ਉਹਨਾਂ ਨੂੰ ਆਪਣੇ ਕੰਮਾਂ, ਉਹਨਾਂ ਸਰਵਿਸ ਵਾਸਤੇ Our giving. ਸੌਰੀ Our giving. ਸਾਡੇ ਜਿਹੜਾ ਆਪਣਾ ਦਸ਼ਮਾਂਸ਼ ਹੈਗਾ, Our daily meeting with him. ਸਾਡਾ ਰੋਜ਼ ਦਾ ਉਹਨਾਂ ਨਾਲ ਸਹਿਭਾਗੀਤਾ। Think about it, my dear brothers and sisters. ਸੋਚੋ ਮੇਰੇ ਭੈਣ ਭਰਾਓ। Meekness. ਨਮਰਤਾ। That quality which shows humility, at the same time the belief and the faith in God. ਇਹ ਚੀਜ਼ ਦਿਖਾਉਂਦੇ ਤੁਹਾਡੇ ਦੀ ਦੀਨਤਾ ਹੈਗੀ ਹੈ, ਨਾਲੇ ਉਸੇ ਵਕਤ ਤੁਹਾਡਾ ਪਰਮੇਸ਼ਵਰ ਤੇ ਵਿਸ਼ਵਾਸ ਹੈ। Let's see Numbers 12:3. ਨੰਬਰ 12 ਦਾ 3। Ginti 12:3. Now the man Moses was very meek above all the men which were on the face of the earth. मूसा तो पृथ्वी भर में रहने वाले मनुष्यों से बहुत अधिक नम्र स्वभाव का था। See, when God was heard the criticism against Moses, ਜਦੋਂ ਪਰਮੇਸ਼ਵਰ ਨੇ मूसा ਦੇ ਖਿਲਾਫ ਗੱਲਾਂ ਸੁਣੀਆਂ, the first quality the Bible mentions is Moses was very meek. ਪਹਿਲਾ ਜਿਹੜਾ ਆਪਣਾ ਉਹਦੇ ਖਾਸੀਅਤ ਦੱਸਦਾ ਹੈ ਕਿ मूसा ਜਿਹੜਾ ਸੀਗਾ ਬੜਾ ਨਮਰ ਸੀਗਾ। Moses had many other qualities. ਉਹਦੇ ਹੋਰ ਹੀ ਬੜੀ ਅੱਛੀ ਚੀਜ਼ਾਂ He was a great commander. ਅੱਛਾ ਕਮਾਂਡਰ ਸੀ। He led people out of Egypt. ਉਹ ਲੋਕਾਂ ਨੂੰ ਮਿਸਰ ਤੋਂ ਨਿਕਾਲ ਕੇ ਲੈ Many ਗਿਆ। things. He did signs, wonders, miracles. ਉਹਨੇ ਵੀ ਅਦਭੁਤ ਕੰਮ ਕੀਤਾ ਹੈ। But it was only one thing was mentioned. ਪਰ ਇੱਕੋ ਚੀਜ਼ ਦੱਸੀ ਗਈ ਹੈ। The one which is most valuable to God, meekness. ਜਿਹੜਾ ਨਮਰ ਸੁਭਾਅ ਹੈ ਉਹ ਸਭ ਤੋਂ ਜ਼ਿਆਦਾ ਕੀਮਤ ਹੈ ਪਰਮੇਸ਼ਵਰ। This is what was chosen by the Holy Spirit to lay the foundation of what the relationship God was going to talk about Moses. This is the first thing that what was mentioned. This is the main thing. Moses was the meekest man on the earth. ਪਰਮੇਸ਼ਵਰ ਨੇ मूसा ਦੀ ਜਿਹੜੀ ਨਮਰਤਾ ਦਾ ਸੁਭਾਅ ਸੀ ਉਹ ਸਭ ਤੋਂ ਉੱਤਮ ਮੰਨਿਆ ਪਵਿੱਤਰ ਆਤਮਾ ਦੇ ਫਲਾਂ ਦੇ ਹਿਸਾਬ ਨਾਲ। Meekness can be simply described like this. ਇਹਨੂੰ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ, The ability to receive correction. ਕਿ ਅਸੀਂ ਸਾਡੇ ਅੰਦਰ ਇਹ ਮਾਦਾ ਹੋਵੇ ਕਿ ਅਸੀਂ ਕੋਈ ਸਾਨੂੰ ਠੀਕ ਕਰੇ ਤਾਂ ਅਸੀਂ ਠੀਕ ਸਮਝੀਏ। To implement the correction. ਤੇ ਉਹ ਜਿਹੜੀ ਆਪਣਾ ਸਹੀ ਕਰਨ ਨੂੰ ਆਪਣੇ ਜੀਵਨ ਅਪਣਾਈਏ। Second, to be teachable. ਫਿਰ ਦੂਸਰਾ ਅਸੀਂ ਸਿੱਖਣ ਯੋਗ ਹੋਈਏ। That is what describes this quality of meekness. ਇਹ ਨਮਰਤਾ ਦਾ ਮਤਲਬ ਹੈ। Next is temperance. ਦੂਸਰਾ ਹੈਗਾ ਸੰਯਮ। In temperance is also can be called self-control. ਇਹਨੂੰ ਅਸੀਂ ਕਹਿੰਦੇ ਆ ਖੁਦ ਤੇ ਕਾਬੂ ਰੱਖਣਾ। Self-control over sensual desires. ਜਿਹੜੀ ਆਪਣਾ ਸੈਂਸ਼ੂਅਲ ਡਿਜ਼ਾਇਰਸ ਹੈਗੀਆਂ ਨੇ ਉਹਦੇ ਤੇ ਆਪਣਾ ਅਧਿਕਾਰ ਰੱਖਣਾ। We have 5 senses. ਸਾਡੇ ਕੋਲ 5 ਸੈਂਸਸ Sight, ਨੇ। hearing, taste, what else? ਦੇਖਣਾ, ਸੁਣਨਾ, ਸੂੰਘਣਾ, Smelling. So 5 things. All these senses are good for us, but at the same time we can be led away from them, led away from God by them. ਇਹ ਸਾਰੀਆਂ ਸੈਂਸਸ ਸਾਡੇ ਤੋਂ ਅੱਛੀਆਂ ਨੇ, ਪਰ ਇਹ ਵੀ ਮੌਕਾ ਹੋ ਸਕਦਾ ਹੈ ਕਿ ਇਹ ਸਾਨੂੰ ਪਰਮੇਸ਼ਵਰ ਤੋਂ ਦੂਰ ਲੈ ਜਾਣ। 1 John 2:16. ਪਹਿਲਾ ਜੌਨ 3:9। All that is in the world, remember carefully the 5 senses, and this, for all that is in the world, the lust of the flesh, the lust of the eyes, and pride of life is not from the Father, but it's from the world. क्योंकि जो कुछ संसार में है, अर्थात शरीर की अभिलाषा और आंखों की अभिलाषा और जीविका का घमंड, वह पिता की ओर से नहीं परंतु संसार ही की ओर से। We have to have self-control in these things. ਸਾਨੂੰ ਆਪਣੇ ਵਿੱਚ ਉਹਨੇ ਸੰਯਮ ਰੱਖਣਾ ਚਾਹੀਦਾ। Lust of the flesh, lust of the eyes, and pride of life. ਸਰੀਰ ਦੀ ਅਭਿਲਾਸ਼ਾ, ਅੱਖਾਂ ਦੀ ਅਭਿਲਾਸ਼ਾ
ਜੀਵਿਕਾ ਦਾ ਘਮੰਡ। We should not be like people in 2 Peter 2:14. ਸਾਨੂੰ ਉਹ ਲੋਕ ਨਹੀਂ ਹੋਣਾ ਚਾਹੀਦਾ ਜਿਵੇਂ ਦੂਜਾ ਪਤਰਸ 2 ਦਾ 14 ਚ ਹੈ। Having eyes full of adultery and that cannot cease from sin, beguiling unstable souls, and heart that they have exercised with covetous practices, cursed children. उन्हीं आंखों से व्यभिचार बसा हुआ है और वे पाप के बिना रुक नहीं सकते। वे चंचल मन वालों को फुसला लेते हैं। उनके मन को लोभ करने का अभ्यास हो गया है और वे सनाप के संतान हैं। They cannot cease from sin. वो पाप किए बिना रह नहीं सकते। They keep saying, oh brother, nobody can be perfect. वो कहते हैं कोई भी सर्व संपन्न नहीं है। You must have heard some people say that, oh, nobody can be perfect. कई लोग गल कहते हैं। But the word of God calls you and me to be perfect. पर परमेश्वर का वचन ਤੁਹਾਨੂੰ ਤੇ ਮੈਨੂੰ परफेक्ट ਕਹਿੰਦਾ ਹੈ। When they hear something from God's word, they will try to find a way around it. और ਜਦੋਂ परमेश्वर ਦਾ वचन सुनते ਨੇ ਤੇ ਉਹਦੇ ਦੂਜਾ ਰਸਤਾ ਨਿਕਾਲਦੇ ਨੇ। We justify our fleshly actions instead of finding a way to obey. ਅਸੀਂ ਬਨਿਸਬਤ ਕੀ ਚੀਜ਼ਾਂ ਨੂੰ ਮੰਨੀਏ, ਅਸੀਂ ਆਪਣੇ ਸ਼ਰੀਰੀ ਕੰਮਾਂ ਵਾਸਤੇ ਦੂਜੇ ਰਸਤੇ ਲੱਭਨੇ ਆ। 1 John 3:9 the Bible says, ਪਹਿਲਾ ਯੋਹੰਨਾ 3:9 ਕਹਿੰਦਾ ਹੈ, whosoever is born of God doth not commit sin, for his seed remaineth in him, and he cannot sin because he is born of God. जो कोई परमेश्वर से जन्मा है वह पाप नहीं करता, क्योंकि उसका बीज उसमें बना रहता है, और वह पाप कर ही नहीं सकता क्योंकि परमेश्वर से जन्मा है। You see in Greek the commit sin is committing sin. It's a present continuous sense. ग्रीक भाषा ਵਿੱਚ ਜਿਹੜਾ ਗੁਨਾਹ ਕਰਨਾ ਹੈਗਾ ਉਹ ਮਤਲਬ ਹੈ ਗੁਨਾਹ ਲਗਾਤਾਰ ਕਰਦੇ ਰਹਿਣ ਦੀ ਗੱਲ ਕਰਦਾ ਹੈ। That's why you should read it like this: whoever is born of God doth not continue committing sin. ਆਪਾਂ ਐਵੇਂ ਕਹਿ ਸਕਦੇ ਹਾਂ ਜਿਹੜਾ ਪਰਮੇਸ਼ਵਰ ਤੋਂ ਪੈਦਾ ਹੋਇਆ ਉਹ ਪਾਪ ਵਿੱਚ ਬਣਿਆ ਨਹੀਂ ਰਹਿ ਸਕਦਾ। Because God's seed remains in us, we cannot continue in sin. ਕਿਉਂਕਿ ਪਰਮੇਸ਼ਵਰ ਦਾ ਅੰਸ਼ ਸਾਡੇ ਵਿੱਚ ਹੈਗਾ, ਇਸ ਕਰਕੇ ਅਸੀਂ ਪਾਪ ਵਿੱਚ ਬਣੇ ਨਹੀਂ ਰਹਿ ਸਕਦੇ। The Bible talks about many other fruits. ਪਰਮੇਸ਼ਵਰ ਦਾ ਵਚਨ ਹੋਰ ਕਈ ਫਲਾਂ ਦੀ ਗੱਲ ਕਰਦਾ ਹੈ। Fruits of your righteousness. ਤੁਹਾਡੀ ਧਾਰਮਿਕਤਾ ਦਾ ਫਲ। Fruits of righteousness. Fruits of righteousness. Your righteousness. Fruits of your righteousness. Fruits of righteousness. ਤੁਹਾਡੇ ਧਾਰਮਿਕਤਾ ਦੇ ਫਲ ਤੇ ਧਾਰਮਿਕਤਾ ਦੇ ਫਲ। Fruit unto holiness. Holiness. धार्मिकता दे फल। नहीं, holiness is shuddhata, right? That is purity. Fruit of my labor. मेरे कम्मां दे फल। You need to read from scripture and start to analyze it. I'm not going to give everything today because that's not possible to do in preaching. जरूरी है कि तुसी परमेश्वर दा वचन पढ़ो ते ओंदे जो तुसी आप ही पता करो। We now, having learned what the fruit is, हुन जो अपन पता लग गया कि फल की हैगा, let us understand how we glorify God by bearing much fruit. हुन असी देखिए असी किवें फलदार हो सकते हैं। We are going to see John 15:1-8. अपन देखेंगे यूहन्ना 15:1-8। The key to effective Christian living, जेड़ी कुंजी हैगी है मसीह जीवन जीन वास्ते, for fruit producing lives, कि असी फलदार होइए, is not in the way you behave. वो इस तरह नहीं कि असी किस तरह एक दूसरे नाल गलबात करते हैं। In what church you go or what you do is not the thing. It is abiding in Christ. ऐ भी नहीं है कि केड़ी कलीसिया जांदे हो, क्या असी प्रभु यीशु मसीह बने हैगे हैं। This is the main theme in the book of John. यूहन्ना दी पुस्तक विच ऐ एक खास मतलब हैगा। If you read the first letter of John, it talks about how to abide in Christ. ते जब पहला यूहन्ना पढ़ी है तो दसदा है किवें असी परमेश्वर ही बने रह सकते हैं। John 13-17 is called the upper room discourse of Lord Jesus Christ. ते जॉन 13 तो लेके 17 तक है जिथे ऊपर वाले कमरे च प्रभु यीशु मसीह ने सारा समझाया। In the 13th chapter, Judas goes away. 13वें चैप्टर में जूडा चला जाता है। And the rest of the 11 disciples, Lord Jesus speaks one of the most loving discourse
you just cannot, when you read it cannot but make you overcome. You overcome with compassion and love and tears. ਤੇ ਜਦੋਂ ਉਸ ਤੋਂ ਅਗਲਾ ਚੈਪਟਰ ਪੜ੍ਹਨੇ ਆ ਉੱਥੇ ਪ੍ਰਭੂ ਯਿਸੂ ਮਸੀਹ ਆਪਣਾ ਪ੍ਰੇਮ ਦਿਖਾਇਆ ਹੈਗਾ ਜਿੰਦੇ ਜ਼ਰੀਏ ਅਸੀਂ ਆਪਸ ਦਾ ਪ੍ਰੇਮ ਨੂੰ ਸਮਝ ਸਕਦੇ ਹਾਂ. Lord Jesus knew his time was short. ਪ੍ਰਭੂ ਯਿਸੂ ਮਸੀਹ ਨੂੰ ਪਤਾ ਸੀ ਉਹਨਾਂ ਦਾ ਸਮੇਂ ਘੱਟ ਹੈ. So he gives them his final teachings. ਤੇ ਉਹਨਾਂ ਨੇ ਆਖਰੀ ਆਪਣਾ ਉਹਨਾਂ ਨੂੰ ਸੰਦੇਸ਼ ਦਿੱਤਾ. In a sense, it was their graduating ceremony. ਇੱਕ ਤਰੀਕੇ ਨਾਲ ਉਹਨਾਂ ਦੀ ਗ੍ਰੈਜੂਏਟਿੰਗ ਸੈਰਾਮਨੀ ਸੀ. And Christ was the keynote speaker. ਤੇ ਪ੍ਰਭੂ ਯਿਸੂ ਮਸੀਹ ਖਾਸ ਮੁੱਖ ਵਕਤਾ ਸੀ. He summarized everything that he had taught them. ਉਹਨਾਂ ਨੇ ਸੰਖਿਪਤ ਦੱਸਿਆ. He warned them of the trials which were to come. ਉਹਨਾਂ ਨੇ ਦੱਸਿਆ ਕਿਹੜੇ-ਕਿਹੜੇ ਮੁਸ਼ਕਿਲਾਂ ਉਹਨਾਂ ਨੂੰ ਆਣਗੀਆਂ. But he encouraged them to stay strong. ਪਰ ਉਹਨਾਂ ਨੇ ਕਿਹਾ ਮਜ਼ਬੂਤ ਬਨੇ ਰਹੋ. If you want to understand the heart of our Lord Jesus, read these chapters. ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦਾ ਦਿਲ ਜਾਣਨਾ ਚਾਹੁੰਦੇ ਹੋ ਤੇ ਇਹ ਵਾਲੇ ਅਧਿਆਇ ਪੜੋ. In the middle, he illustrates with a parable like how he does in his regular sermons. ਜਿਵੇਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਹਰ ਪ੍ਰਚਾਰ ਵਿੱਚ ਇੱਕ ਪੈਰਾਬਲ ਕਿਹਾ ਉਹਨੇ ਜੋ ਕਹਿੰਦੇ ਨੇ. You see, he says in the verse 1, 15 verse 1, I am the true vine and my father is husbandman. सच्ची दाखलता मैं हूँ और मेरा पिता किसान है. Every branch that in me that beareth not fruit, he taketh away, and every branch that beareth fruit, he purgeth it, that it may bring forth much fruit. जो डाली मुझ में है और नहीं फलती उसे वह काट डालता है और जो फलती है वह छांटता है ताकि और फले. This leads us to understand that the branch which is not well connected is in the danger of removal. ਇਹ ਦੱਸਦਾ ਹੈ ਕਿ ਉਹ ਸ਼ਾਖਾ ਜਿਹੜੀ ਪੇੜ ਦੇ ਨਾਲ ਨਹੀਂ ਜੁੜੀ ਹੋਈ ਅੱਛੀ ਤਰੀਕੇ ਨਾਲ ਉਹ ਕੱਟਤੀ ਜਾਂਦੀ ਹੈ. There may be thousands of Christians in the church today who think they are Christians but they are not. ਅੱਜ ਕੱਲ੍ਹ ਦੀ ਕਲੀਸੇ ਬਹੁਤ ਸਾਰੇ ਲੋਕ ਨੇ ਜਿਹੜੇ ਸੋਚਦੇ ਨੇ ਕਿ ਉਹ ਮਸੀਹ ਦੇ ਪਿੱਛੇ ਚੱਲਦੇ ਨੇ ਪਰ ਨਹੀਂ. They attend church, ਕਲੀਸਿਆ ਜਾਂਦੇ ਨੇ, they read Bible, ਵਚਨ ਪੜ੍ਹਦੇ ਨੇ, go through all the religious motions, ਸਾਰੇ ਆਪਣਾ ਰੀਤੀ ਰਿਵਾਜ ਕਰਦੇ ਨੇ, but they have no connection with Lord Jesus ਪਰ Christ. ਉਹਨਾਂ ਦਾ ਕੋਈ ਨਾਤਾ ਨਹੀਂ ਹੈ ਪ੍ਰਭੂ ਦੇ ਨਾਲ. You see, he starts 15:1 with, I am the true vine, my father is the husbandman. ਉਹ ਸ਼ੁਰੂਆਤ ਕਰਦੇ ਨੇ ਕਿ ਮੈਂ ਸੱਚੀ ਦਾਖਲਤਾ ਹਾਂ ਤੇ ਮੇਰਾ ਪਿਤਾ ਕਿਸਾਨ ਹੈ. Why is he saying he is the true vine? ਕਿਉਂ ਕਹਿੰਦੇ ਨੇ ਮੈਂ ਸੱਚੀ ਦਾਖਲਤਾ He is ਹਾਂ? contrasting himself away from Israel. ਉਹ ਆਪਣੇ ਆਪ ਨੂੰ ਇਜ਼ਰਾਈਲ ਤੋਂ ਅਲੱਗ ਕਰ ਰਹੇ ਨੇ. You see, the Old Testament, the law was given to Israel. ਜਿਹੜਾ ਕਾਨੂੰਨ ਹੈਗਾ ਉਹ ਇਜ਼ਰਾਈਲ ਨੂੰ ਦਿੱਤਾ ਗਿਆ It ਵਿਵਸਥਾ. was supposed to be the grapevine from which all Gentiles would come and connect and receive the glory of God. ਉਹ ਐਸੀ ਦਾਖਲਤਾ ਸੀ ਜਿੰਦੇ ਚ ਦੂਸਰੀ ਜਾਤੀਆਂ ਦੇ ਲੋਕ ਵੀ ਆ ਕੇ ਪਰਮੇਸ਼ਵਰ ਦੇ ਨਾਲ ਫਲਦਾਰ ਹੋਣ. However, they turned out to be a worthless vine. ਪਰ ਉਹ ਜਿਹੜਾ ਹੈਗਾ ਉਹ ਦਾਖਲਤਾ ਖਰਾਬ ਨਿਕਲੀ. But where Israel failed, Lord Jesus came as the true vine. ਪਰ ਜਿੱਥੇ ਇਜ਼ਰਾਈਲ ਆਪਣਾ ਕੀ ਕਹਿੰਦੇ ਨਕਾਰਾ ਹੋ ਗਿਆ ਉੱਥੇ ਪ੍ਰਭੂ ਯਿਸੂ ਮਸੀਹ ਆਏ ਆਪਣਾ ਦਾਖਲਤਾ ਰੂਪ ਵਿੱਚ. God is the vine dresser. ਪਿਤਾ ਕਿਸਾਨ ਹੈਗਾ. The vine dresser is more than a farmer. ਜਿਹੜਾ ਉਹ ਵਾਈਨ ਡਰੈਸਰ ਹੁੰਦਾ ਕਿਸਾਨ ਤੋਂ ਬਿਹਤਰ ਹੁੰਦਾ. He knows all about grapes, ਉਹਨਾਂ ਨੂੰ ਸਾਰਾ ਫਲ ਦਾ ਪਤਾ ਹੈ, how they grow, ਕਿਵੇਂ ਵੱਧਦੇ ਨੇ, what is the nutrition they need. ਉਹਨਾਂ ਨੂੰ ਕੀ ਚੀਜ਼ ਚਾਹੀਦੀ ਹੈ. A vine dresser and a grape are connected for many years. ਤੇ ਜਿਹੜਾ ਉਹ ਦਾਖਲਤਾ ਹੈਗੀ ਹੈ ਕਈ ਸਾਲਾਂ ਤੱਕ ਇਕੱਠੇ ਰਹਿੰਦੇ He ਨੇ. comes to know about quality of each vine, each branch. ਉਹਨਾਂ ਨੂੰ ਹਰ ਡਾਲੀ ਦੀ ਕੀ ਖਾਸੀਅਤ ਪਤਾ ਹੈ. Year by year, he knows the quality of each branch. ਹਰ ਸਾਲ ਉਹ ਦੇਖਦੇ ਨੇ ਕਿਸ ਡਾਲੀ ਦਾ ਕੀ ਫਲ ਹੈ, Which one produces more, which one is not producing. ਕਿਹੜਾ ਜ਼ਿਆਦਾ ਫਲਦਾਰ ਹੈ ਕਿਹੜਾ ਨਹੀਂ ਫਲਦਾਰ ਹੈਗਾ. How to take care of them the best. ਕਿਵੇਂ ਉਹਨਾਂ ਦਾ ਅੱਛਾ ਦੇਖਭਾਲ ਹੋ ਸਕਦੀ ਹੈ. One vine dresser has said that each vine has its own personality. ਕਿਸੇ ਆਪਣਾ ਦਾਖਲਤਾ ਕੰਮ ਕਰਨ ਵਾਲੇ ਨੇ ਕਿਹਾ ਹੈ ਵੀ ਹਰ ਡਾਲੀ ਦਾ ਇੱਕ ਆਪਣਾ ਸੁਭਾਅ ਹੈਗਾ. In this illustration, there is only one vine, ਇੱਥੇ ਆਪਾਂ ਦੇਖਨੇ ਇੱਕੋ ਦਾਖਲਤਾ ਹੈ, Lord Jesus Christ. ਪ੍ਰਭੂ ਯਿਸੂ ਮਸੀਹ. He has millions of branches coming out of him. ਉਹਨਾਂ ਦੇ ਵਿੱਚੋਂ ਮਿਲੀਅਨਸ ਆਫ ਬ੍ਰਾਂਚਾਂ ਨਿਕਲਦੀਆਂ ਨੇ. God as vine dresser has only one vine to attend to. ਜਿਹੜਾ ਪਰਮੇਸ਼ਵਰ ਪਿਤਾ ਹੈਗੇ ਨੇ ਉਹਨਾਂ ਕੋਲ ਤਾਂ ਉਹਨਾਂ ਨੇ ਇੱਕੋ ਦਾਖਲਤਾ ਦੇਖਣੀ But the ਹੈ. main thing he has to do is to take care of the branches. ਪਰ ਉਹਨਾਂ ਨੇ ਖਾਸ ਚੀਜ਼ ਹੈਗਾ ਕਿ ਡਾਲੀਆਂ ਦਾ ਧਿਆਨ ਰੱਖਣਾ ਹੈ. Now John 15:2
You know, he talks about two types of branches. ਯੋਹੰਨਾ 15 ਦੇ 2 ਵਿੱਚ ਦੋ ਤਰ੍ਹਾਂ ਦੀ ਡਾਲੀਆਂ ਦੀ ਗੱਲ ਕਰਦਾ ਹੈ। Branches that do not bear fruit, branches that bear fruit. ਉਹ ਡਾਲੀਆਂ ਜਿਹੜੀ ਫਲਦਾਰ ਨੇ ਤੇ ਉਹ ਡਾਲੀਆਂ ਜਿਹੜੀ ਫਲਦਾਰ ਨਹੀਂ ਨੇ। Branches that do not bear fruit, he taketh away. ਜਿਹੜੇ ਫਲਦਾਰ ਨਹੀਂ ਕਿ ਉਹਨਾਂ ਨੂੰ ਕੱਟ ਦਿੰਦੇ ਨੇ। नहीं करता नहीं, he takes it away. I don't know, is it translated करता है? छांटता है, काट डालता है। हाँ जी। Yeah, but yeah, we will. That's a wrong translation, but I'll come to that. Branches that bear fruit, he purges. ਤੇ ਜਿਹੜਾ ਫਲਦਾਰ ਹੈਗੇ ਉਹਨਾਂ ਨੂੰ ਛਾਂਟਦਾ ਹੈ। Both branches are clearly Christians who are grafted into the vine. ਉਹ ਦੋਨੋਂ ਤਰ੍ਹਾਂ ਜਿਹੜੇ ਆਪਣਾ ਹੈਗੀਆਂ ਨੇ ਉਹ ਉਸ ਦਾਖਲਤਾ ਦੇ ਵਿੱਚ ਹੈਗੀਆਂ ਨੇ। Because the Bible never refers to an unbeliever as being in Christ. ਕਿਉਂਕਿ ਪਰਮੇਸ਼ਵਰ ਦਾ ਵਚਨ ਕਿਧਰੇ ਨਹੀਂ ਕਹਿੰਦਾ ਜਿਹੜਾ ਵਿਸ਼ਵਾਸ ਨਹੀਂ ਕਰਦਾ ਉਹ ਦਾਖਲ ਦਾ ਹਿੱਸਾ ਹੈ। What does it mean if the branches are in Christ? What does it mean that God taketh away these unfruitful branches? ਕੀ ਆਪਾਂ ਸਮਝਾਂਗੇ ਜਿੱਥੇ ਕਹਿ ਰਿਹਾ ਕਿ ਪਰਮੇਸ਼ਵਰ ਜਿਹੜੇ ਫਲਦਾਰ ਡਾਲੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਅਲੱਗ ਕਰਦਾ ਹੈ। So I went and read about vine dressing, vine keeping. ਤੇ ਮੈਂ ਜਾ ਕੇ ਪੂਰਾ ਮੰਥਨ ਕੀਤਾ ਵੀ ਵਾਈਨ ਡਰੈਸਿੰਗ ਦਾ ਕੀ ਮਤਲਬ ਹੈ। Then I understood what it means to take it away. ਫਿਰ ਮੈਨੂੰ ਪਤਾ ਲੱਗਿਆ ਵੀ ਅਲੱਗ ਕਰਨ ਦਾ ਕੀ ਮਤਲਬ ਹੈ। The Greek word is eriai. ਜਿਹੜਾ ਗ੍ਰੀਕ ਸ਼ਬਦ ਏਰੀਆ ਹੈ it means to lift up, to take away. ਇਹਦਾ ਮਤਲਬ ਹੈ ਉੱਪਰ ਉਠਾਣਾ। See, when grapevines, the branches grow, ਜਦੋਂ ਦਾਖਲਤਾ ਦੀ ਡਾਲੀਆਂ ਵੱਧਦੀਆਂ ਨੇ, if they don't attend to it, ਜੇ ਉਹਨਾਂ ਦਾ ਧਿਆਨ ਰੱਖਿਆ ਜਾਵੇ, it will grow along the ground. ਉਹ ਜ਼ਮੀਨ ਤੇ ਲੈ ਆਉਂਦੀਆਂ ਨੇ। So as they grow along the ground, they will produce their own roots. ਤੇ ਜਦੋਂ ਜ਼ਮੀਨ ਨਾਲ ਟੱਚ ਕਰਦੀਆਂ ਨੇ ਉਹਨਾਂ ਦੀ ਆਪਣੀ ਜੜ੍ਹਾਂ ਨਿਕਲਦੀਆਂ ਨੇ। They're spending their energy in sending the roots, not bearing fruit. ਉਹ ਜਿਹੜੀ ਤਾਕਤ ਹੁੰਦੀ ਹੈ ਉਹਨਾਂ ਜੜ੍ਹਾਂ ਮਜ਼ਬੂਤ ਕਰਦੀਆਂ ਨੇ, ਫਲਦਾਰ ਨਹੀਂ ਹੁੰਦੀਆਂ। Sometimes they produce very small bitter grapes. ਕਈ ਵਾਰੀ ਉਹ ਖੱਟੇ ਅੰਗੂਰ ਪੈਦਾ ਕਰਦੀਆਂ ਨੇ। Because their roots are shallow, they cannot bear good fruit. ਕਿਉਂਕਿ ਉਹਨਾਂ ਦੀ ਜੜ੍ਹਾਂ ਕਮਜ਼ੋਰ ਨੇ, ਐਸ ਕਰਕੇ ਫਲ ਨਹੀਂ ਲੈਂਦੀਆਂ। So when the vine dresser is inspecting the vine, ਤੇ ਜਦੋਂ ਵਾਈਨ ਡਰੈਸਰ ਦੇਖ ਰਿਹਾ ਹੁੰਦਾ ਹੈ, he sees branches on the ground but not producing fruit. ਉਹ ਵੇਖਦਾ ਉਹ ਡਾਲੀਆਂ ਜਿਹੜੇ ਕਿ ਜ਼ਮੀਨ ਤੇ ਹੈਗੀਆਂ ਨੇ ਫਲਦਾਰ ਨਹੀਂ। He is seeing that they are trying to draw their own nutrients from the ground. ਉਹ ਦੇਖਦੇ ਨੇ ਉਹ ਆਪਣਾ ਜਿਹੜਾ ਭੋਜਨ ਹੈ ਜ਼ਮੀਨ ਤੋਂ ਲੈ ਰਿਹਾ ਨੇ। He is realizing that they are not drawing their nutrients from the vine because the vine's roots are deep inside. ਉਹ ਦੇਖਦਾ ਉਹ ਜਿਹੜੀ ਡਾਲੀਆਂ ਹੈਗੀਆਂ ਨੇ ਉਹ ਦਾਖਲਤਾ ਤੋਂ ਆਪਣਾ ਫਲ ਨਹੀਂ ਲੈ ਰਹੀਆਂ ਕਿਉਂਕਿ ਦਾਖਲਤਾ ਜੜ੍ਹਾਂ ਗਹਿਰੀਆਂ ਨੇ। So what he does, ਕੀ ਕਰਦਾ ਹੈ? he lifts the branch up ਉਹ ਡਾਲੀ ਨੂੰ ਉੱਪਰ ਉਠਾਉਂਦਾ ਹੈ and he attaches it to a support system where it is taken away from the ground. ਤੇ ਉਹ ਉਹਨੂੰ ਉੱਪਰ ਕਰਕੇ ਇਸ ਤਰ੍ਹਾਂ ਲਗਾ ਦਿੰਦਾ ਕਿ ਜ਼ਮੀਨ ਤੋਂ ਉੱਚੀ ਹੋ ਜਾਂਦੀ ਹੈ। So there is no choice now for the branch but to take the nutrition from the vine which has roots deep in the ground. ਐਸ ਕਰਕੇ ਉਸ ਡਾਲੀ ਕੋਲ ਹੋਰ ਕੋਈ ਚਾਰਾ ਨਹੀਂ ਹੈ ਪਰ ਉਹ ਦਾਖਲਤਾ ਤੋਂ ਹੀ ਆਪਣਾ ਫਲ ਲੈਂਦੀ ਹੈਗੀ। That is why the English translation KJV is translated, he taketh away. ਤਾਈਓ KJV ਲਿਖਿਆ ਹੋਇਆ, take it away ਲਿਖਿਆ, ਕੱਟਣ ਦਾ ਲਿਖਿਆ। There are believers who bear fruit, there are believers who don't bear fruit. ਐਸੇ ਵਿਸ਼ਵਾਸੀ ਨੇ ਜਿਹੜੇ ਫਲਦਾਰ ਹੁੰਦੇ ਨੇ ਤੇ ਦੂਸਰੇ ਜਿਹੜੇ ਫਲਦਾਰ ਨਹੀਂ ਹੁੰਦੇ। So they don't waste their energy in sending roots but rather bearing fruit. ਉਹ ਆਪਣੀ ਜਿਹੜੀ ਆਪਣਾ ਤਾਕਤ ਹੈਗੀ ਏ ਉਹ ਜੜ੍ਹਾਂ ਵਿੱਚ ਨਹੀਂ ਲਾਉਂਦੇ ਪਰ ਫਲਦਾਰ ਹੁੰਦੇ ਨੇ। When the time comes for fruit, ਜਦੋਂ ਸਮੇਂ ਆਉਂਦਾ ਫਲ ਦਾ, the vine dresser starts to lift up the branches from the ground. ਤੇ ਜਿਹੜਾ ਆਪਣਾ ਦਾਖਲਤਾ ਦਾ ਕਿਸਾਨ ਹੁੰਦਾ ਹੈ ਉਹ ਜੜ੍ਹਾਂ ਨੂੰ ਜ਼ਮੀਨ ਤੋਂ ਚੁੱਕਣਾ ਸ਼ੁਰੂ ਕਰਦਾ ਹੈ And position them properly. ਤੇ ਉਹਨੂੰ ਅੱਛੀ ਤਰੀਕੇ ਨਾਲ ਲਗਾਉਂਦਾ ਹੈ। Sometimes in the wine making it takes 2 to 3 weeks because if they do suddenly the branch can break. ਉਹ ਬੜੇ ਧਿਆਨ ਨਾਲ ਲਗਾਉਂਦਾ ਹੈ ਕਿਉਂਕਿ ਜੇ ਜ਼ੋਰ ਦੀ ਉਠਾਉਂਦੇ ਨੇ ਤੇ ਆਪਣਾ ਟੁੱਟ ਜਾਂਦੀ ਹੈ ਡਾਲੀ। See what does it mean to that branch? ਉਸ ਡਾਲੀ ਦਾ ਕੀ ਸੰਬੰਧ ਹੈ? It doesn't cut it. ਉਹਨੂੰ ਕੱਟਦਾ ਨਹੀਂ ਹੈ। It talks about the tender love of the Father. ਉਹ ਜਿਹੜਾ ਆਪਣਾ ਇੱਕ ਪ੍ਰੇਮ ਹੈਗਾ ਪਰਮੇਸ਼ਵਰ ਦਾ ਉਹਨੂੰ ਦਿਖਾਉਂਦਾ ਹੈਗਾ। We are his children, he wants us to produce more fruit. ਅਸੀਂ ਉਹਨਾਂ ਦੇ ਬੱਚੇ ਹੈਗੇ ਇਸ ਕਰਕੇ ਉਹ ਚਾਹੁੰਦਾ ਕਿ ਅਸੀਂ ਫਲਦਾਰ ਹੋਈਏ। This is not a judgment on the unproductive branch.
ਇਹ ਇੱਕ ਨਿਆਂ ਨਹੀਂ ਹੈਗਾ ਉਹਨਾਂ ਤੇ ਜਿਹੜੇ ਫਲਦਾਰ ਨਹੀਂ ਹੈਗੇ, Completely opposite. ਉਹਦੇ ਉਲਟੇ It shows how much God loves us. ਉਹ ਦੱਸਦਾ ਕਿ ਪਰਮੇਸ਼ਵਰ ਕਿੰਨਾ ਪਿਆਰ ਕਰਦੇ ਨੇ। No vine dresser, as a rule, cuts every branch which doesn't produce fruit. ਕੋਈ ਵੀ ਜਿਹੜਾ ਦਾਖਲਤਾ ਦੇਖਣ ਵਾਲਾ ਹੈਗਾ ਹੈ, ਉਹ ਕੋਈ ਐਸੀ ਡਾਲੀ ਨੂੰ ਨਹੀਂ ਕੱਟਦਾ ਜਿਹੜੀ ਫਲਦਾਰ ਨਹੀਂ ਹੈਗੀ, Without doing everything possible for it to bear fruit. ਜਿਸ ਤੱਕ ਕਿ ਜੋ ਕੁਝ ਉਹਨਾਂ ਸੇ ਹੋ ਸਕਦਾ ਹੈ ਉਹ ਨਹੀਂ ਕਰ ਲੈਂਦਾ। If the vine dresser cuts every branch which doesn't produce fruit, he will have no vine left. ਜੇ ਉਹ ਸਾਰੀ ਉਹ ਟਾਹਣੀਆਂ ਕੱਟਣੀ ਸ਼ੁਰੂ ਕਰਦੇ ਜਿਹੜੇ ਫਲਦਾਰ ਨਹੀਂ ਹੈਗੀਆਂ, ਤੇ ਉਹਨਾਂ ਕੋਲ ਟਾਹਣੀਆਂ ਬਹੁਤ ਘੱਟ ਰਹਿ Because ਜਾਂਦੀਆਂ, all branches of the vine go through a season where they don't produce fruit. ਕਿਉਂਕਿ ਸਾਰੇ ਜਿਹੜੇ ਡਾਲੀਆਂ ਨੇ ਉਹ ਐਸੇ ਸਮੇਂ ਤੋਂ ਨਿਕਲਦੀਆਂ ਨੇ ਜਦੋਂ ਫਲਦਾਰ ਨਹੀਂ ਹੁੰਦੀਆਂ। God lifts up that person and gives him more chance to draw from the vine. ਪਰਮੇਸ਼ਵਰ ਉਸ ਇਨਸਾਨ ਨੂੰ ਉੱਪਰ ਉਠਾ ਕੇ ਐਸੀ ਜਗ੍ਹਾ ਮੌਕਾ ਦਿੰਦਾ ਹੈ ਜਿੱਥੇ ਉਹ ਫਲਦਾਰ ਹੋਣ ਦਾ ਮੌਕਾ ਮਿਲਦਾ ਹੈ। That is what it means. He taketh away. ਇਹਦਾ ਮਤਲਬ ਹੈਗਾ ਕਿ ਉਹਨਾਂ ਨੂੰ ਉੱਪਰ ਉਠਾਉਂਦਾ ਹੈ। He lifts it up. He allows more sunshine, and he allows more of the nutrients to come from the main vine. ਉਹ ਮੌਕਾ ਦਿੰਦਾ ਹੈ ਕਿ ਉਹ ਜ਼ਿਆਦਾ ਫਲਦਾਰ ਹੋਣ, ਜ਼ਿਆਦਾ ਸੂਰਜ ਮਿਲੇ, ਜ਼ਿਆਦਾ ਉਹਨਾਂ ਨੂੰ ਦਾਖਲਤਾ ਤੋਂ ਰਸ ਮਿਲੇ। So what happens when you start producing fruit? ਕੀ ਹੁੰਦਾ ਜਦੋਂ ਤੁਸੀਂ ਫਲਦਾਰ ਹੋਣਾ ਸ਼ੁਰੂ ਹੁੰਦੇ ਹੋ? The word, it says the branches are pruned. ਉਹ ਕਹਿੰਦਾ ਉਹ ਡਾਲੀ ਨੂੰ ਛਾਂਟਦਾ ਹੈ। You see, we saw the word eriai, that means he lifted it up. ਅਸੀਂ ਦੇਖਿਆ ਏਰੀਆ ਸ਼ਬਦ ਜਿਹੜਾ ਕਿ ਉਹ ਉੱਪਰ ਉਠਾਉਂਦੇ ਨੇ। The second one is kateriai. ਦੂਸਰਾ ਕਤੇਰੀ ਆਏਗਾ, The related words. ਉਹਨਾਂ ਨਾਲ ਸੰਬੰਧਿਤ ਹੈ। You see, the third verse, actually put the third verse on, he's not talking about, you see, he says, now you are clean through the word I have spoken unto you. ਇੱਥੋਂ ਕਹਿੰਦੇ ਵੀ ਹੁਣ ਤੁਸੀਂ ਸ਼ੁੱਧ ਹੈਗੇ ਹੋ ਜਿਹੜੇ ਵਚਨ ਤੁਹਾਨੂੰ ਮੈਂ ਦੱਸੇ ਨੇ। What the Lord is saying is, I have lifted you up, and now you start bearing fruit, so I will start to prune and clean you. ਅਤੇ ਪਰਮੇਸ਼ਵਰ ਕਹਿ ਰਿਹਾ ਮੈਂ ਤੁਹਾਨੂੰ ਵਚਨ ਦਿੱਤਾ ਹੈਗਾ, ਹੁਣ ਤੁਸੀਂ ਖੜੇ ਹੋ ਜਾਓ ਤੇ ਤੁਸੀਂ ਫਲਦਾਰ ਹੋਣਾ ਸ਼ੁਰੂ ਹੋ ਤਾਂ ਕਿ ਮੈਂ ਤੁਹਾਨੂੰ ਛਾਂਟਣਾ ਸ਼ੁਰੂ ਕਰਾਂ। Already John 13, he had washed their feet. ਕਿਉਂਕਿ ਯੋਹੰਨਾ 13 ਯੋਹੰਨਾ ਨੇ ਆਪਣੇ ਚੇਲਿਆਂ ਦੇ ਪੈਰ ਧੋਏ। And then he tells his disciples, you are already clean. ਫਿਰ ਉਹਨਾਂ ਨੇ ਚੇਲਿਆਂ ਨੂੰ ਕਿਹਾ ਤੁਸੀਂ ਸ਼ੁੱਧ ਹੈਗੇ ਹੋ। The word translated there also is kateriai. ਉੱਥੇ ਵੀ ਜਿਹੜਾ ਸ਼ਬਦ ਹੈਗਾ ਕਥੇਰੀ ਆਏਗਾ। That is the way the new branches which bear fruit are treated. ਉਹਦਾ ਮਤਲਬ ਹੈ ਜਿਹੜੀ ਆਪਣਾ ਫਲਦਾਰ ਹੁੰਦੀਆਂ ਨੇ ਉਹਨਾਂ ਨੂੰ ਕਿਵੇਂ ਸੇਵਾ ਕੀਤੀ ਜਾਂਦੀ ਹੈ। Lord Jesus cleans them. ਪ੍ਰਭੂ ਯਿਸੂ ਮਸੀਹ ਉਹਨੂੰ ਸਾਫ਼ ਕਰਦੇ ਨੇ। Exactly like the way a vine dresser does. ਉਸੇ ਤਰ੍ਹਾਂ ਜਿਵੇਂ ਵਾਈਨ ਡਰੈਸਰ ਕਰਦਾ ਹੈ। Kateriai is the legitimate term to show the pruning of the branch. ਕਟੇਰੀਆ ਜਿਹੜਾ ਉਹ ਸ਼ਬਦ ਹੈਗਾ ਜਿੰਦੇ ਵਿੱਚ ਕੀ ਡਾਲੀ ਨੂੰ ਛਾਂਟਿਆ ਜਾਂਦਾ ਹੈ। Pruning, I have seen Olivia keep doing for a rose plant. ਮੈਂ ਆਪਣੀ ਵਾਈਫ ਨੂੰ ਆਪਣਾ ਕਰਦੇ ਦੇਖਿਆ। The two things are I observed. ਦੋ ਚੀਜ਼ਾਂ ਦੇਖੀਆਂ। All dead wood is cut off. ਸਾਰੀ ਜਿਹੜੀ ਆਪਣਾ ਲੱਕੜੀ ਹਾਰਡ ਹੋ ਜਾਂਦੀ ਉਹ ਕੱਟ ਜਾਂਦੀ ਹੈ। वो मर जाती है, वो उसको मर जाती है। And then the live wood must be cut back drastically so that only the green part is left. ਤੇ ਜਿਹੜੀ ਹਰੀ ਡਾਲੀ ਹੁੰਦੀ ਹੈ ਉਹਨੂੰ ਉਹ ਐਵੇਂ ਕੱਟਦੇ ਨੇ ਤਾਂ ਕਿ ਪੂਰੀ ਹਰੀ ਡਾਲੀ ਰਵੇ। And the branch which is shortened now will bear much more leaves and much more roses or fruit. ਤੇ ਜਿਹੜੀ ਆਪਣਾ ਟਹਿਣੀ ਉਹਨੂੰ ਕੱਟੀ ਗਈ ਹੈਗੀ ਹਰਾ ਹਿੱਸਾ ਰਹਿ ਗਿਆ ਉਹ ਜ਼ਿਆਦਾ ਫਲਦਾਰ ਹੋਗੀ, ਜ਼ਿਆਦਾ ਫਲ ਲੈ ਕੇ ਆਏਗੀ। The branches which are on the ground, as we saw, will bear more leaves. ਤੇ ਜਿਹੜੇ ਜ਼ਮੀਨ ਤੇ ਹੈਗੀਆਂ ਨੇ ਉਹਨਾਂ ਕੋਲ ਜ਼ਿਆਦਾ ਆਪਣਾ ਪੱਤੇ ਹੋਣਗੇ। When they are lifted up and they bear fruit, they have start the pruning process for them. ਤੇ ਜਦੋਂ ਉਹਨਾਂ ਨੂੰ ਚੱਕ ਕੇ ਉਹਨਾਂ ਫਲਦਾਰ ਹੁੰਦੀਆਂ ਨੇ ਫਿਰ ਉਹ ਛਾਂਟੇ ਜਾਂਦੀਆਂ ਨੇ। The idea is the vine dresser wants the the plants to get their nutrients from the vine and bear much fruit. ਕਿਉਂਕਿ ਆਪਣਾ ਦਾਖਲਤਾ ਦਾ ਕਿਸਾਨ ਚਾਹੁੰਦਾ ਹੈ ਕਿ ਜਿਹੜੇ ਟਾਹਣੀਆਂ ਹੈਗੀਆਂ ਨੇ ਉਹ ਦਾਖਲਤਾ ਤੋਂ ਸਿਰਫ ਆਪਣਾ ਰਸ ਲੈਣ। Here you see the Lord is talking about fruitful branches, unfruitful branches. ਅਤੇ ਪਰਮੇਸ਼ਵਰ ਜਿਹੜੇ ਹੈਗੇ ਨੇ ਉਹ ਫਲਦਾਰ ਡਾਲੀਆਂ ਦੇ ਤੇ ਜਿਹੜੇ ਫਲ ਨਹੀਂ ਲੈ ਕੇ ਉਹਨਾਂ ਦੀ ਗੱਲ ਕਰਦੇ So ਨੇ। the disciples may be wondering, are we fruitful or unfruitful? ਹੁਣ ਚੇਲੇ ਸੋਚ ਰਹੇ ਨੇ ਵੀ ਕਿਆ ਅਸੀਂ ਫਲਦਾਰ ਹੈਗੇ ਆ ਕਿ ਨਹੀਂ ਹੈਗੇ। That's why in verse 3 he is saying, you are clean through the word which I have spoken unto you. ਕਿਉਂਕਿ ਤੀਸਰੇ ਵਰਸ ਵਿੱਚ ਕਹਿੰਦਾ ਹੋ ਗਏ ਕਿਉਂਕਿ ਤੁਹਾਨੂੰ ਮੈਂ ਦੱਸਿਆ ਇਸ ਕਿ ਤੁਸੀਂ ਸ਼ੁੱਧ ਹੈਗੇ ਹੋ। Through the word that I have spoken to you, you are kateriai, you have been pruned. तुमको जो वचन का तुमको उस वचन के कारण तुमसे कहा तुम शुद्ध हो। Only fruit bearing branches are pruned.
ਜਿਹੜੀ ਫਲਦਾਰ ਟਹਿਣੀਆਂ ਹੁੰਦੀਆਂ ਨੇ ਉਹ ਛਟਣੀ ਹੁੰਦੀ ਹੈ। Remember, the apostles are cleaned, therefore they are fruit-bearing branches. ਆਪਾਂ ਦੇਖੇ ਜਿਹੜੇ ਚੇਲੇ ਸੀਗੇ ਉਹ ਸ਼ੁੱਧ ਸੀਗੇ ਤਾਂ ਕਰਕੇ ਫਲਦਾਰ We ਸੀਗੇ। see from the book of Acts how they bore fruit. ਅਸੀਂ ਪ੍ਰੇਰਿਤਾਂ ਦੇ ਕੰਮ ਤੋਂ ਦੇਖਿਆ ਸੀ ਕਿਵੇਂ ਉਹ ਫਲਦਾਰ ਹੋਏ। Lord Jesus was talking only to the 11. Judas had already left. ਪ੍ਰਭੂ ਯਿਸੂ ਮਸੀਹ ਸਿਰਫ 11 ਨਾਲ ਗੱਲ ਕਰ ਰਹੇ, ਜੂੜਾ ਚਲਾ ਗਿਆ ਸੀ। You see, you will never be cleaned, you will never become fruitful ਅਸੀਂ ਤਾਂ ਤੱਕ ਫਲਦਾਰ ਨਹੀਂ ਹੋਵਾਂਗੇ until you read God's word, ਜਿਸ ਤੱਕ ਅਸੀਂ ਪਰਮੇਸ਼ਰ ਦਾ ਵਚਨ ਨਹੀਂ ਪੜ੍ਹਦੇ, study God's word, ਉਹਦੇ ਤੇ ਸਿੱਖਿਆ ਨਹੀਂ ਲੈਂਦੇ, eat God's word, ਉਹਨੂੰ ਖਾਂਦੇ ਨਹੀਂ, praying over the word of God, ਉਹਦੇ ਤੇ ਪ੍ਰਾਰਥਨਾ ਨਹੀਂ ਕਰਦੇ, meditating on God's word, ਉਹਦੇ ਤੇ ਬੰਥਨ ਨਹੀਂ ਕਰਦੇ, applying God's word. ਉਹਨੂੰ ਜੀਵਨ ਦੀ ਕੰਮ ਵਿੱਚ ਨਹੀਂ ਲੈ ਕੇ ਆਉਂਦੇ। Ephesians 5 tells us that God cleanses us with the washing of the water of the word. ਇਫਸੀਆਂ 5 ਦੱਸਦਾ ਹੈਗਾ ਕਿ ਪਰਮੇਸ਼ਰ ਸਾਨੂੰ ਸ਼ਬਦ ਦੇ ਜ਼ਰੀਏ ਸਾਫ਼ ਕਰਦੇ ਨੇ। Romans 12 says the way to clean our mind, to renew our mind is with the word of God. ਰੋਮੀਓ 12 ਦੱਸਦਾ ਹੈਗਾ ਕਿਉਂਕਿ ਸਾਡਾ ਜਿਹੜਾ ਦਿਮਾਗ ਹੈਗਾ ਉਹਨੂੰ ਵੀ ਸਵੱਛ ਕਰਨ ਵਾਸਤੇ ਪਰਮੇਸ਼ਰ ਦਾ ਵਚਨ ਇਸਤੇਮਾਲ ਹੁੰਦਾ ਹੈ। Do you want to be fruitful? You have to be in the word. ਜੇ ਤੁਸੀਂ ਫਲਦਾਰ ਹੋਣਾ ਚਾਹੁੰਦੇ ਹੋ ਤੇ ਤੁਹਾਨੂੰ ਵਚਨ ਦੇ ਵਿੱਚ ਹੋਣਾ ਚਾਹੀਦਾ ਹੈ। Today the church at large talks only about the mystical experience of the spirit. ਅੱਜ ਕੱਲ੍ਹ ਪਰਮੇਸ਼ਰ ਜਿਹੜੀ ਕਲੀਸਿਆ ਹੈਗੀ ਹੈ ਉਹ ਸਿਰਫ ਅਦਭੁਤ ਕੰਮਾਂ ਦੀ ਗੱਲ ਕਰਦੀ ਹੈ। About spirit. ਆਤਮਾ ਦੇ Anybody talks about spirit ਹਰ ਬੰਦਾ ਆਤਮਾ ਦੀ or ਗੱਲ ਕਰਦਾ ਹੈ। angels ਸਵਰਗਦੂਤਾਂ or ਦੀਆਂ some other thing or prophecy or Yeah. prophecy not fulfilling or prophecy fulfilling. They don't talk about the fruit. ਜਾਂ ਭਵਿਸ਼ਯਵਾਣੀਆਂ ਪੂਰੀਆਂ ਹੋਈਆਂ ਨਹੀਂ ਹੋਈਆਂ ਪਰ ਉਹ ਫਲ ਦੀ ਗੱਲ ਨਹੀਂ But ਕਰਦੇ। the Holy Spirit will not work in us without the word of God. ਪਰ ਪਵਿੱਤਰ ਆਤਮਾ ਸਾਡੇ ਜੀਵਨ ਵਿੱਚ ਤਾਂ ਤੱਕ ਕੰਮ ਨਹੀਂ ਕਰੇਗੀ ਜਿਸ ਤੱਕ ਸਾਡੇ ਜੀਵਨ ਵਿੱਚ ਵਚਨ ਨਹੀਂ ਹੈਗਾ। You read Ephesians 5th chapter, Colossians 3rd chapter, it talks about the rich, let the word of God dwell richly in us. ਆਪਾਂ ਦੇਖਾਂਗੇ ਇਫਸੀਆਂ ਦਾ 4 ਤੇ ਕੁਲੋਸੀਆਂ ਦਾ 3 ਜਿਹੜਾ ਅਧਿਆਇ ਹੈਗਾ ਉਹ ਦੱਸਦਾ ਹੈ ਕਿ ਪਰਮੇਸ਼ਰ ਦੇ ਵਚਨ ਵਿੱਚ ਕਿਵੇਂ ਅਸੀਂ ਆਪਣੇ ਆਪ ਨੂੰ ਭਰਪੂਰ ਕਰ ਸਕਦੇ To ਹਾਂ। be spirit filled is to be word filled. ਆਪਾਂ ਆਤਮਾ ਦੇ ਨਾਲ ਭਰੇ ਜਾਈਏ ਨਾ ਕਿ ਸੰਸਾਰ ਦੇ ਨਾਲ ਭਰੇ ਜਾਈਏ। The Holy Spirit uses God's word to influence us, to affect our will. ਪਵਿੱਤਰ ਆਤਮਾ ਸਾਡੇ ਤੇ ਪਰਮੇਸ਼ਰ ਦੇ ਵਚਨ ਨੂੰ ਆਪਣਾ ਅਸਰ ਪਾਉਣ ਦਿੰਦੀ ਹੈ ਤਾਂ ਕਿ ਅਸੀਂ ਪਰਮੇਸ਼ਰ ਦੀ ਮਰਜ਼ੀ ਨੂੰ ਜਾਣ ਸਕੀਏ। How does he do it? ਕਿਸ ਤਰ੍ਹਾਂ ਕਰਦੇ ਨੇ? The same way wine affects a human being. ਉਵੇਂ ਜਿਵੇਂ ਦਾਖਲਤਾ ਜਿਹੜੀ ਹੈਗੀ ਹੈ ਉਹ ਇਨਸਾਨ ਤੇ ਅਸਰ ਪਾਉਂਦੀ ਹੈ। Ephesians 5 talks about it. ਇਫਸੀਆਂ 5 ਦੀ ਗੱਲ ਕਰਦਾ ਹੈ। What does the wine do? ਵਾਈਨ ਕੀ ਕਰਦੀ ਹੈ? It takes over the person and start to affect his way, his walking, his thinking, his speaking. ਉਹ ਜਿਹੜਾ ਇਨਸਾਨ ਤੇ ਕਬਜ਼ਾ ਕਰ ਲੈਂਦੀ ਹੈ ਤੇ ਉਹਦੇ ਚੱਲਣ ਦਾ ਤਰੀਕਾ, ਸੋਚਣ ਦਾ ਤਰੀਕਾ, ਗੱਲ ਕਰਨ ਦਾ ਤਰੀਕਾ ਬਦਲ ਜਾਂਦਾ It ਹੈ। affects his attitudes and judgments. ਉਹ ਕਿਵੇਂ ਚੀਜ਼ ਨੂੰ ਸੋਚਦਾ ਹੈ ਉਹਦੇ ਤੇ ਅਸਰ ਪਾਉਂਦੀ ਹੈ। The person under the influence of alcohol may not even remember what he has done, some actions he has taken. ਜਿਹੜੇ ਬੰਦੇ ਨੇ ਆਪਣਾ ਸ਼ਰਾਬ ਪੀਤੀ ਹੁੰਦੀ ਹੈ ਉਹਨੂੰ ਖੁਦ ਹੀ ਨਹੀਂ ਪਤਾ ਹੁੰਦਾ ਕਿ ਉਹਨੇ ਕਿਹੜੇ ਕੰਮ ਕੀਤੇ ਨੇ। That example is used in the Bible to describe how the Lord Holy Spirit affects us. ਉਹ ਉਦਾਹਰਣ ਲੈ ਕੇ ਦੱਸਿਆ ਗਿਆ ਹੈ ਕਿ ਕਿਵੇਂ ਪਵਿੱਤਰ ਆਤਮਾ ਸਾਡੇ ਜੀਵਨ ਤੇ ਅਸਰ ਪਾਉਂਦੇ ਨੇ। When you allow the word of God to dwell richly in you, ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਆਪਣੇ ਜੀਵਨ ਵਿੱਚ ਕੰਮ ਕਰਨ ਦਿੰਦੇ ਆ, when Holy Spirit, who is the temple in us, will use the word of God to influence our thoughts, influence our actions, influence our judgments, influence our speech. ਫਿਰ ਪਵਿੱਤਰ ਆਤਮਾ ਜਿਹੜੇ ਹੈਗੇ ਨੇ ਉਹ ਸਾਡੇ ਸੋਚਾਂ ਤੇ, ਸਾਡੇ ਕੰਮਾਂ ਤੇ, ਸਾਡੇ ਖਿਆਲਾਂ ਤੇ ਅਸਰ ਪਾਉਂਦੇ ਨੇ। He will not make decisions for you. ਉਹ ਤੁਹਾਡੇ ਬਿਹਾਵ ਤੇ ਫੈਸਲੇ He ਨਹੀਂ will not ਲੈਂਦੇ। override your will. ਉਹ ਤੁਹਾਡੀ ਮਰਜ਼ੀ ਦੇ ਖਿਲਾਫ ਨਹੀਂ But ਜਾਂਦੇ। he will incline you to make the right decision. ਉਹ ਪਰ ਤੁਹਾਡੀ ਮਦਦ ਕਰਦੇ ਨੇ ਸਹੀ ਫੈਸਲੇ ਲੈਣ ਵਾਸਤੇ। When you are filled with God's word, ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨਾਲ ਭਰਪੂਰ you will see the ਹੋਵੋਗੇ effect of the Holy Spirit. ਤੁਸੀਂ ਪਵਿੱਤਰ ਆਤਮਾ ਦੇ ਅਸਰ ਦੇਖੋਗੇ। Your mind will be renewed. ਤੁਹਾਡਾ ਦਿਮਾਗ ਨਵਾਂ You ਹੋਏਗਾ। will produce much fruit. ਫਿਰ ਤੁਸੀਂ ਫਲਦਾਰ ਹੋਵੋਗੇ। The key to the secret of bearing much fruit is getting into word of God into you as much as you can. ਇਸ ਕਰਕੇ ਇਹ ਰਹੱਸ ਹੈਗਾ ਕਿ ਤੁਸੀਂ ਫਲਦਾਰ ਹੋਣਾ ਚਾਹੁੰਦੇ ਹੋ ਤੇ ਜ਼ਿਆਦਾ ਤੋਂ ਜ਼ਿਆਦਾ ਵਚਨ ਹੀ ਬਨੇ ਰਹੋ। That's what John says in 15:4-5. ਇਹੋ ਯੋਹਨਾ ਕਹਿੰਦਾ 4 ਤੇ 5 ਵਿੱਚ। Abide in me and I in you.
As the branch cannot bear fruit of itself except it abide in the vine, no more can ye except ye abide in me. I am the vine, you are the branches. He that abideth in me and I in him, the same bringeth forth much fruit. For without me you cannot do anything. तुम मुझ में बने रहो और मैं तुम में। जैसे डाली यदि दाखलता में ना बनी रहे तो अपने आप में फल नहीं सकती, वैसे ही तुम भी यदि मुझ में ना बने रहो तो नहीं फल सकते। मैं दाखलता हूँ, तुम डालियाँ हो। जो मुझ में बना रहता है और मैं उसमें, वह बहुत फल फलता है, क्योंकि मुझसे अलग होकर तुम कुछ नहीं कर सकते। To produce fruit, we must abide in Christ. ऐसा करके फलदार होने वास्ते प्रभु दे विच होना जरूरी है। We must get our nutrition from the vine. ਅਸੀਂ अपनी ताकत वाइन तो लेनी है। Producing fruit is not automatic. जरा फलदार अपने आप नहीं होता। A few weeks ago I said this. कुछ हफ्ते पहले मैं क्या सी, The seed of the Son of God in us will bring forth the fruit of the Spirit in us. ਜਿਹੜਾ ਸਾਡੇ ਅੰਦਰ ਪਰਮੇਸ਼ਵਰ ਦੇ ਬੇਟੇ ਦਾ ਅੰਸ਼ ਹੈਗਾ, ਉਹ ਸਾਡੇ ਅੰਦਰ ਫਲਦਾਰ ਹੁੰਦਾ ਹੈ। And Sister Lynn asked me one question that day. ਸਿਸਟਰ ਲਿਨ ਨੇ ਸਵਾਲ ਪੁੱਛਿਆ ਸੀ, If somebody is a Christian, if the seed in us is not the fruit automatic. If the seed of Christ in us, the fruit which produces, is it not automatic? ਜੇ ਸਾਡੇ ਅੰਦਰ ਪਰਮੇਸ਼ਵਰ ਦਾ ਅੰਸ਼ ਹੈਗਾ ਤੇ ਕਿਆ ਫਲਦਾਰ ਆਪਣੇ ਆਪ ਨਹੀਂ ਹੋ ਜਾਵਾਂਗੇ? Is it not natural? क्या स्वाभाविक नहीं है? No, they will not. नहीं, Not according to Lord Jesus Christ. परमेश्वर यीशु मसीह के हिसाब नाल नहीं। He says we will only produce fruit if we abide in Him. ਅਸੀਂ ਤਾਈਓ ਫਲਦਾਰ ਹੋਵਾਂਗੇ ਜੇ ਉਹਨਾਂ 'ਚ ਬਨੇ ਰਵਾਂਗੇ। Abiding is also not automatic. ਤੇ ਉਹਨਾਂ 'ਚ ਬਨੇ ਰਹਿਣਾ ਵੀ ਆਟੋਮੈਟਿਕ ਨਹੀਂ ਹੈ। Lord Jesus would not have told us to abide if it was automatic. ਜੇ ਆਟੋਮੈਟਿਕ ਹੁੰਦਾ ਤਾਂ ਸਾਨੂੰ ਨਾ ਕਹਿੰਦੇ ਕਿ ਅਬਾਈਡ ਹੋ। In fact, the very same night, all the disciples ran away instead of abiding in Him. ਕਿਉਂਕਿ ਉਸੇ ਰਾਤ ਉਹ ਸਾਰੇ ਚੇਲੇ ਜਿਹੜੇ ਹੈਗੇ ਸੀ ਉਹਨਾਂ ਤੋਂ ਭੱਜ ਗਏ। If it was automatic, they would have stayed. ਜੇ ਆਟੋਮੈਟਿਕ ਹੁੰਦਾ ਬਨੇ ਰਹਿੰਦੇ। But they all turned their backs and ran away. ਪਰ ਸਾਰਿਆਂ ਨੇ ਪਿੱਠ ਦਿਖਾ ਕੇ ਭੱਜ ਗਏ। And you see, what does it mean to be abiding in Christ? ਕੀ ਮਤਲਬ ਹੈਗਾ ਪਰਮੇਸ਼ਵਰੀ ਬਨੇ ਰਹਿਣਾ? It comes from the Greek word meno, ਗ੍ਰੀਕ ਸ਼ਬਦ ਮੈਨੋ ਤੋਂ ਆਉਂਦਾ ਹੈ, which means to abide, to stay, and to, when you reach there, you live in that place, you stop there. ਇਹਦਾ ਮਤਲਬ ਜਦੋਂ ਅਸੀਂ ਕਿਸੇ ਚੀਜ਼ ਨਾਲ ਜੁੜੇ ਆ, ਅਸੀਂ ਉਹਦੇ ਬਨੇ ਰਹਿੰਦੇ ਆ ਤਾਂ ਉੱਥੇ ਹੀ ਰਹਿੰਦੇ ਆ। That word is used in 1 John very extensively. ਉਹ ਜਿਹੜਾ ਸ਼ਬਦ ਹੈਗਾ ਪਹਿਲਾ ਯੋਹਨਾ 'ਚ ਬਹੁਤ ਕਿਹਾ ਗਿਆ ਹੈ। The 1 John is a very good book to understand what it means to abide in Christ. ਪਹਿਲਾ ਯੋਹਨਾ ਜਿਹੜਾ ਪੁਸਤਕ ਹੈਗੀ ਉਹ ਦੱਸਦੀ ਹੈ ਕਿਵੇਂ ਅਸੀਂ ਪਰਮੇਸ਼ਵਰੀ ਬਨੇ ਰਹਿ ਸਕਦੇ ਹਾਂ। Eternal life is through Lord Jesus Christ. ਅਨੰਤ ਜੀਵਨ ਪ੍ਰਭੂ ਯਿਸੂ ਮਸੀਹ ਜ਼ਰੀਏ ਹੈਗਾ। If we have to live eternal life from here, we have to draw it from Him. ਜੇ ਅਸੀਂ ਇੱਥੇ ਅਨੰਤ ਜੀਵਨ ਜੀਣਾ ਚਾਹੁੰਦੇ ਆ ਤੇ ਅਸੀਂ ਰਸ ਉਹਨਾਂ ਤੋਂ ਲਈਏ। In John 10:10, if you remember, it says, I have come that you may have life and life abundantly. ਜਿਵੇਂ ਯੋਹਨਾ 10 ਅਸੀਂ ਕਿਹਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਇਸ ਕਰਕੇ ਆਇਆ ਕਿ ਤੁਸੀਂ ਜੀਵਨ ਪਾਓ, ਬਹੁਤਾਇਤ ਦਾ ਜੀਵਨ ਪਾਓ। You believe in the Lord Jesus for abundant life. ਵਿਸ਼ਵਾਸ ਕਰਨਾ ਕਿ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਬਹੁਤਾਇਤ ਦਾ ਜੀਵਨ ਪਾਵਾਂਗੇ। For a life of fruitfulness. ਉਹ ਜੀਵਨ ਜਿਹੜਾ ਫਲਦਾਰ ਹੋਵੇ। A life of joy. ਖੁਸ਼ੀ ਦਾ। You see, Paul says, Colossians 2:6, just as you have received Christ Jesus, also continue to live in Him. ਜਿਵੇਂ ਕਲੋਸੀਆ 2:6 ਪੌਲੁਸ ਕਹਿੰਦਾ ਹੈ, सो जैसे तुमने मसीह यीशु को प्रभु करके ग्रहण किया है वैसे ही उसी में चलते रहो। How did you receive Christ? किवें तुसी रिसीव किया? By faith. विश्वास दे नाल। How do you continue to live in Him? By faith. किवें बने रवांगे? विश्वास दे जरिए। Christ, believing in Christ is more than just having faith in Him. ਉਹਨਾਂ ਬਨੇ ਰਹਿਣ ਦਾ ਮਤਲਬ ਸਿਰਫ ਵਿਸ਼ਵਾਸ ਹੀ ਨਹੀਂ, ਉਸ ਤੋਂ ਜ਼ਿਆਦਾ ਹੈ। The faith works have to accompany that faith. ਉਹ ਜਿਹੜੇ ਸਾਡੇ ਕੰਮ ਹੈਗੇ ਨੇ ਉਹ ਵਿਸ਼ਵਾਸ ਦੇ ਨਾਲ ਤਾਲੁਕ ਰੱਖਦੇ You ਨੇ। must love one another, for example. ਜਿਵੇਂ ਆਪਾਂ ਨੂੰ ਦੂਜੇ ਨੂੰ ਪ੍ਰੇਮ ਕਰਨਾ ਚਾਹੀਦਾ ਹੈ। Walk as the Lord Jesus walked. ਉਸ ਤਰ੍ਹਾਂ ਚੱਲੇ ਜਿਵੇਂ ਪ੍ਰਭੂ ਚੱਲੇ ਸੀ। Must do the will of God. ਰੱਬ ਦੀ ਮਰਜ਼ੀ ਪੂਰੀ ਕਰਨਾ। Fruit is not automatic, my dear brothers and sisters. ਮੇਰੇ ਭੈਣੋ ਭਰਾ ਫਲਦਾਰ ਆਪਣੇ ਆਪ ਨਹੀਂ ਹੋ ਜਾਓਗੇ। You cannot bear fruit on yourself. ਆਪਣੇ ਆਪ ਤੇ ਫਲ ਨਹੀਂ ਹੋ ਸਕਦੇ। You see, no one has produced a grape by trying to produce a grape. ਕਿਸੇ ਨੇ ਵੀ ਅੰਗੂਰ ਪੈਦਾ ਨਹੀਂ ਕੀਤਾ ਅੰਗੂਰ ਤੇ।
Only the wine can produce the fruits. ਸਿਰਫ ਦਾਖਲਤਾ ਜਿਹੜੀ ਹੈਗੀ ਹੈ ਉਹ ਅੰਗੂਰ ਪੈਦਾ ਕਰ Only ਸਕਦੀ ਹੈ। Lord Jesus can produce fruit in our lives. ਸਿਰਫ ਪ੍ਰਭੂ ਯਿਸੂ ਮਸੀਹ ਸਾਡੇ ਜੀਵਨ ਹੀ ਫਲਦਾਰ ਬਣਾ So ਸਕਦਾ what is ਹੈ। our responsibility? ਤੇ ਸਾਡੀ ਕੀ ਜ਼ਿੰਮੇਵਾਰੀ ਹੈ? Throw yourself on Him. ਆਪਣੇ ਆਪ ਨੂੰ ਉਹਨਾਂ ਤੇ ਛੋੜ ਦਈਏ। Allow Him all His will to be done in our lives. ਉਹਨਾਂ ਦੀ ਮਰਜ਼ੀ ਸਾਡੇ ਜੀਵਨ ਹੀ ਪੂਰੀ ਹੁੰਦੀ ਹੈ। Allow the Lord Holy Spirit. Fill yourself with God's word. ਆਪਣੇ ਆਪ ਨੂੰ ਪਰਮੇਸ਼ਰ ਦੇ ਵਚਨ ਨਾਲ ਭਰੀਏ। Allow the Lord Holy Spirit to bear fruit. ਪਵਿੱਤਰ ਆਤਮਾ ਨੂੰ ਮੌਕਾ ਦੇ ਕੇ ਉਹ ਸਾਡੇ So the fruit of the Spirit comes forth from us. ਤਾਂ ਕਿ ਆਤਮਾ ਦੇ ਜਿਹੜੇ ਫਲ ਹੈ ਨੇ ਉਹ ਸਾਡੇ ਜ਼ਰੀਏ ਉਤਪਨ ਹੋਣ। It should be the dream of every Christian to be much producing branch. ਇਹ ਹਰ ਮਸੀਹ ਦਾ ਸੁਪਨ ਹੋਣਾ ਚਾਹੀਦਾ ਹੈ ਕਿ ਉਹ ਫਲਦਾਰ ਹੋਵੇ। So what happens when the branch doesn't produce fruit? ਕੀ ਹੁੰਦਾ ਜਦੋਂ ਕਿ ਆਪਣਾ ਡਾਲੀ ਫਲਦਾਰ ਨਹੀਂ ਹੁੰਦੀ? How it happens? ਕਿਸ ਤਰ੍ਹਾਂ ਹੁੰਦਾ ਹੈ? John 5:6. ਯੋਹੰਨਾ 5:6 If a man abide not in me, he is cast forth as a branch and is withered. Men gather them and cast them into the fire and they are burned. Which one it is? 15:6. यदि कोई मुझ में बना ना रहे तो वह डाली के नहीं फेंक दिया जाता है और सूख जाता है और लोग बटोर कर आग में झोंक देते हैं, वह जल जाती है। You know what's happening here has got nothing to do with whether or not they are producing fruit. अथे जो कुछ हो रहा है उनका ऐसी ना मतलब नहीं है क्या तुम फलदार है कि नहीं। The only thing is, if a man abide not in me, सिर्फ जे ਅਸੀਂ ਉਹਨਾਂ ਬਣੇ ਬਣੇ ਨਹੀਂ ਰਹਿੰਦੇ। some Christians never abide in Christ. कुछ लोग ਉਹਨਾਂ कुछ मसीह ਉਹਨਾਂ ਬਣੇ ਨਹੀਂ ਰਹਿੰਦੇ। They really never produce fruit. ਤਾਈਓ ਫਲਦਾਰ ਵੀ ਨਹੀਂ ਹੈਗੇ। Some Christians produce abundance of fruits. ਕਈ ਬਹੁਤ ਸਾਰੇ ਫਲਦਾਰ ਰਹਿ ਜਾਂਦੇ ਨੇ। Some periods they go through where they don't abide in Christ. ਕੁਝ ਸਮੇਂ ਨਿਕਲਦਾ ਜਦੋਂ ਉਹਨਾਂ ਬਣੇ ਨਹੀਂ ਰਹਿੰਦੇ। The issue is not about fruit right now, it is about whether you abide in Christ. ਜਿਹੜਾ ਸਵਾਲ ਹੈਗਾ ਉਹ ਨਹੀਂ ਕਿ ਤੁਸੀਂ ਫਲਦਾਰ ਹੈਗੇ ਹੋ, ਸਵਾਲ ਹੈਗਾ ਕਿ ਤੁਸੀਂ ਪ੍ਰਭੂ ਚ ਬਣੇ ਹੋਏ ਹੋ। You see, if the branch is in Christ, he will produce fruit. ਜੇ ਅਸੀਂ ਪ੍ਰਭੂ ਦੇ ਨਾਲ ਹੋਵਾਂਗੇ ਤੇ ਫਲਦਾਰ ਜ਼ਰੂਰ ਹੋਵਾਂਗੇ। No matter how much God puts effort in us, if we don't bear fruit, ਜਿੰਨਾ ਮਰਜ਼ੀ ਅਗਰ ਪਰਮੇਸ਼ਰ ਸਾਡੇ ਤੇ ਜ਼ੋਰ ਲਾਵੇ ਜੇ ਅਸੀਂ ਫਲਦਾਰ ਨਹੀਂ ਹੁੰਦੇ, if we refuse to abide in him, ਜੇ ਅਸੀਂ ਮਨਾ ਕਰਨੇ ਕਿ ਅਸੀਂ ਨਾ ਬਣੇ ਨਹੀਂ ਰਹਿਣਾ, if we refuse to produce fruit, ਜੇ ਅਸੀਂ ਫਲਦਾਰ ਨਹੀਂ ਹੋਣਾ ਚਾਹੁੰਦੇ, if we refuse to be connected to the vine, ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਨਾਲ ਜੁੜ ਕੇ ਵੀ ਨਹੀਂ ਰਹਿਣਾ, we will start to wither, we will start to dry. ਫਿਰ ਅਸੀਂ ਆਪਣਾ ਕੀ ਕਹਿੰਦੇ ਨੇ ਸੁੱਕ ਜਾਵਾਂਗੇ। But you see, I want to just explain a bit here. It says it withers and men gathers them and cast them into the fire. ਮੈਂ ਦੱਸਣਾ ਚਾਹਣਾ ਜਿੱਥੇ ਲਿਖਿਆ ਹੈਗਾ ਕਿ ਉਹ ਸੁੱਕ ਜਾਂਦੀ ਹੈ ਤੇ ਲੋਕੀ ਉਹਨੂੰ ਇਕੱਠਾ ਕਰਕੇ ਅੱਗ 'ਚ ਪਾ ਦਿੰਦੇ ਨੇ। So were they not connected to the vine? ਤੇ ਕਿਆ ਉਹ ਦਾਖਲਤਾ ਨਾਲ ਜੁੜੇ ਨਹੀਂ ਸੀ? They were connected to the vine. ਜੁੜੇ ਸੀ। Somewhere along the line they withered. ਰਸਤੇ ਕਿਧਰੇ ਉਹ ਸੁੱਕ ਗਏ। Think of it like this. ਸੋਚੋ ਇਸ ਤਰ੍ਹਾਂ। Let's say you have a child who has rebelled against you. ਮੰਨ ਲਓ ਕਿ ਬੱਚਾ ਹੈਗਾ ਜਿਹੜਾ ਬਾਗੀ ਹੈ। He is thrown out of the house. ਘਰੋਂ ਬਾਹਰ ਨਿਕਾਲਤਾ ਗਿਆ। Or he has decided to go away from the house. ਜਾਂ ਖੁਦ ਬਾਹਰ ਚਲਾ ਗਿਆ। You have lost the fellowship. ਤੁਹਾਡਾ ਉਹਦਾ ਨਾਤਾ ਟੁੱਟ ਗਿਆ। But if he wants to come back, what does he need to do? ਪਰ ਜੇ ਵਾਪਸ ਆਣਾ ਚਾਹੁੰਦਾ ਕੀ ਕਰਨਾ ਪਏਗਾ ਉਹਨੂੰ? He has to repent. ਉਹਨੂੰ ਪਛਤਾਵਾ He ਕਰਨਾ has to ਪਏਗਾ। cry. ਉਹਨੂੰ He has to ਕੋਸ਼ਿਸ਼ ask ਕਰਨੀ all ਪਏਗੀ। necessary apologies and repentance. ਉਹਨੂੰ ਸਾਰੇ ਮਾਫੀਆਂ ਮੰਗਣੀਆਂ ਪੈਣਗੀਆਂ। But then fellowship can be renewed. ਫਿਰ ਦੁਬਾਰਾ ਨਾਤਾ ਜੁੜ ਜਾਂਦਾ It ਹੈ। is the same thing here. ਇੱਥੇ ਵੀ ਉਹ ਚੀਜ਼ ਹੈ। God wants to produce fruit in you. ਪਰਮੇਸ਼ਰ ਚਾਹੁੰਦਾ ਤੁਸੀਂ ਫਲਦਾਰ ਹੋ। If you refuse everything, ਜੇ ਤੁਸੀਂ ਸਾਰੀ ਚੀਜ਼ਾਂ ਤੋਂ ਮਨਾ ਕਰਦੇ he ਹੋ, can't force you. ਉਹ ਤੁਹਾਡੇ ਤੇ ਜ਼ੋਰ ਨਹੀਂ ਪਾਉਂਦੇ। He will give you up ਉਹ ਤੁਹਾਨੂੰ ਛੋੜ ਦਿੰਦੇ ਨੇ। spiritually. ਰੂਹਾਨੀ ਤੌਰ ਤੇ You will feel dry. ਤੁਸੀਂ ਸੁੱਕਾ ਮਹਿਸੂਸ You will feel ਕਰੋਗੇ। you will feel like you are withering as a Christian. ਤੁਹਾਨੂੰ ਲੱਗੇਗਾ ਜਿਵੇਂ ਤੁਸੀਂ ਝੜਦੇ ਪਏ ਹੋ ਮਸੀਹ ਦੇ ਨਾਤੇ। Then when you want to come back, you try to say, Lord, I have been a fool. I have been this thing. I repent for your life. The fellowship is established again. ਦੁਬਾਰਾ ਜੋ ਤੁਸੀਂ ਪਛਤਾਵਾ ਕਰਦੇ ਹੋ, ਮਾਫੀ ਮੰਗਦੇ ਹੋ, ਫਿਰ ਦੁਬਾਰਾ ਤੁਹਾਡੀ ਸਹਿਭਾਗਿਤਾ ਬਣ ਜਾਂਦੀ ਹੈ। You see, all this while he has used 3 pronouns. ਇੱਥੇ ਉਹਨਾਂ ਨੇ 3 ਪ੍ਰੋਨਾਉਂਸ ਇਸਤੇਮਾਲ ਕੀਤੇ ਨੇ। One is I, that is himself. ਇੱਕ ਹੈ ਆਈ ਉਹ ਖੁਦ। When he refers to God, he refers to him as he. ਜਦੋਂ ਪਰਮੇਸ਼ਰ ਨੂੰ ਕਹਿੰਦੇ ਨੇ ਹੀ ਕਹਿੰਦੇ ਨੇ। When he refers to his disciples, he says you. ਜਦੋਂ ਚੇਲਿਆਂ ਨੂੰ ਕਹਿੰਦੇ ਨੇ ਯੂ ਕਹਿੰਦੇ ਨੇ। In verse 6, there is a new pronoun. 6ਵੇਂ ਵਰਜ ਨਵਾਂ ਪ੍ਰਨਾਉਨ ਹੈ। He says,
they. ਇੱਥੇ ਉਹ ਕਰਦੇ ਨੇ ਦੇ ਉਹ, Men gather. ਲੋਕ ਇਕੱਠਾ ਕਰਦੇ ਨੇ। Who are these men he's talking about? ਕੌਣ ਹੈ ਲੋਕ ਨੇ? It is not Lord Jesus. ਪ੍ਰਭੂ ਯਿਸੂ It ਮਸੀਹ is ਨਹੀਂ, not God. ਪਰਮੇਸ਼ਵਰ It is not ਨਹੀਂ, other Christians. ਦੂਸਰੇ ਮਸੀਹ ਨਹੀਂ, Talking about the world. ਸੰਸਾਰ ਦੀ ਗੱਲ What ਕਰਦਾ do they do with salt which has lost its savor? ਉਹ ਨਮਕ ਦਾ ਕੀ ਕਰਦੇ ਨੇ ਜਿਹਨੇ ਆਪਣੇ ਨਮਕੀਨਾਪਨ ਖੋਤਾ? It's thrown on the road and men trample over it. ਉਹ ਜ਼ਮੀਨ ਤੇ ਸਿੱਟ ਜਾਂਦਾ ਹੈ ਤੇ ਲੋਕੀ ਲਤਾੜਦੇ ਨੇ। Here it is the same thing. ਇੱਥੇ ਉਹੀ ਚੀਜ਼ ਹੈ। They are looking at this branch. ਇੱਥੇ ਡਾਲੀ ਨੂੰ ਦੇਖ ਰਹੇ They are ਨੇ, looking for fruit. ਫਲ ਦੇਖ ਰਹੇ ਨੇ, But we act like Christians. ਪਰ ਅਸੀਂ ਮਸੀਹ ਤਰ੍ਹਾਂ ਕੰਮ ਦਿਖਾਣੇ ਤੇ But we ਹੈਗੇ are ਆ, not Christians. ਪਰ ਹੈਗੇ ਨਹੀਂ ਆ। We are far away from whom the Bible claims us to be. ਅਸੀਂ ਉਸ ਚੀਜ਼ ਤੋਂ ਬਹੁਤ ਦੂਰ ਹਾਂ ਜੋ ਵਚਨ ਸਾਨੂੰ ਕਹਿੰਦਾ ਅਸੀਂ ਹੈਗੇ ਆ। We are nowhere what the scripture says we are. ਅਸੀਂ ਜਿਵੇਂ ਵਚਨ ਸਾਨੂੰ ਸਾਡੇ ਬਾਰੇ ਬਿਆਨ ਕਰਦਾ ਉਸ ਤਰ੍ਹਾਂ The ਨਹੀਂ ਹੈਗੇ। world is looking for the love of the Father. They don't see it in us. ਸੰਸਾਰ ਪਿਤਾ ਪਰਮੇਸ਼ਰ ਦਾ ਪਿਆਰ ਸਾਡੇ ਦੇਖਦਾ ਹੈ, ਉਹ ਸਾਡਾ ਹੀ ਨਹੀਂ ਹੈਗਾ। They will turn around and trample you and me. ਉਹ ਵਾਪਸ ਮੁੜ ਕੇ ਤੁਹਾਡੇ ਤੇ ਮਨ ਲਤਾੜ ਜਾਣਗੇ। We all want to be evangelistic church, mission-minded church. ਅਸੀਂ ਸਾਰੀ ਕਲੀਸਿਆ ਚਾਹੁੰਦੇ ਹਾਂ ਕਿ ਅਸੀਂ ਮਿਸ਼ਨ ਦਾ ਕੰਮ ਕਰੀਏ, ਇਵੈਂਜਲਿਜ਼ਮ We want to reach out the love of Christ. ਅਸੀਂ ਪਰਮੇਸ਼ਰ ਦੇ ਪਿਆਰ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ, But the world doesn't care about that ਪਰ ਸੰਸਾਰ ਨਹੀਂ ਚਿੰਤਾ ਕਰਦਾ। till they can see the love between us. ਜਿਸ ਤੱਕ ਉਹ ਸਾਡੇ ਆਪਸ ਹੀ ਪਿਆਰ ਨਹੀਂ ਦੇਖਦਾ। We cannot evangelize the lost unless we love each other with the love of Christ. ਅਸੀਂ ਤਾਂ ਤੱਕ ਪਰਮੇਸ਼ਰ ਦੇ ਵਚਨ ਦਾ ਪ੍ਰਚਾਰ ਨਹੀਂ ਕਰ ਸਕਦੇ ਜਿਸ ਤੱਕ ਪਰਮੇਸ਼ਰ ਦੇ ਪਿਆਰ ਦੇ ਨਾਲ ਇੱਕ ਦੂਸਰੇ ਨਾਲ ਪਿਆਰ ਨਾ When we look at the book of Acts, ਜਦੋਂ ਪ੍ਰੇਰਿਤਾਂ ਦੇ ਕੰਮ ਦੇਖਨੇ the ਆ, church was very powerful ਕਲੀਸਿਆ ਤਾਕਤਵਰ ਸੀ because the Holy Spirit was at work, ਕਿਉਂਕਿ ਪਵਿੱਤਰ ਆਤਮਾ ਕੰਮ ਕਰਦੀ ਸੀ, producing the fruit. ਫਲਦਾਰ ਸੀ, They loved each other. ਇੱਕ ਦੂਸਰੇ ਨਾਲ ਪ੍ਰੇਮ Nobody ਕਰਦੇ was ਸੀ। in need. Sorry? Nobody was in need. ਕਿਸੇ ਨੂੰ ਕੋਈ ਜ਼ਰੂਰਤਮੰਦ ਨਹੀਂ ਸੀ। Loving discipleship and discipline was there. ਉੱਥੇ ਪਿਆਰ ਸੀਗਾ ਤੇ ਅਨੁਸ਼ਾਸਨ ਸੀਗਾ। People were edified and taught the word. ਲੋਕਾਂ ਨੂੰ ਉੱਪਰ ਉਠਾਇਆ ਜਾਂਦਾ ਸੀ, ਵਚਨ ਸਿਖਾਇਆ ਜਾਂਦਾ ਸੀ। Acts 2 says they were added daily. People were added daily. ਪਿਰਤਾ ਦੇ ਕੰਮ 2 ਹੀ ਲਿਖਿਆ ਕਿ ਹਰ ਰੋਜ਼ ਉਹਦੇ ਨਾਲ ਲੋਕ ਜੁੜਦੇ ਸੀ। They were fruitful. ਫਲਦਾਰ ਸੀਗੇ। Acts, if we as a church are not abiding in Christ, then the world is looking at us and saying, oh, I don't see any difference between us and them. ਜੇ ਸੰਸਾਰ ਸਾਡੇ ਚ ਪਰਮੇਸ਼ਵਰ ਦੇ ਗੁਣ ਨਹੀਂ ਦੇਖਦਾ, ਉਹ ਕਹਿੰਦੇ ਆ ਲੋਕ ਸਾਡੇ ਤਰ੍ਹਾਂ ਨੇ, ਕੋਈ ਫਰਕ ਨਹੀਂ ਹੈ। Why do I need Christianity? ਮੈਨੂੰ ਮਸੀਹਤ ਦੀ ਕੀ ਲੋੜ ਹੈ? We can say Jesus died for you and he took away your sin. They will say, okay, let me see your life. ਅਸੀਂ ਕਿਸੇ ਨੂੰ ਕਹਿੰਦੇ ਆ ਪ੍ਰਭੂ ਯਿਸੂ ਮਸੀਹ ਤੇਰੇ ਕਰਕੇ ਮਾਰੇ ਗਏ, ਉਹ ਕਹਿੰਦਾ ਅਸੀਂ ਤੁਹਾਡਾ ਜੀਵਨ ਦੇਖਨੇ ਆ। You know, it reminds me of a missionary, lady missionary, I forgot her name. She was teaching in Tamil Nadu to a group of women. ਇੱਕ ਮਿਸ਼ਨਰੀ ਲੇਡੀ ਸੀਗੀ ਜਿਹੜੀ ਤਮਿਲਨਾਡੂ ਵਿੱਚ ਔਰਤਾਂ ਨੂੰ ਪੜ੍ਹਾਉਂਦੀ ਸੀ। So when she was talking about salvation, ਜਦੋਂ ਉਧਾਰ ਦਾ ਗਿਆਨ ਦੇ ਰਹੀ ਸੀ, one of the ladies in the group got up and walked out. ਉਹਨਾਂ ਚੋਂ ਇੱਕ ਔਰਤ ਉੱਠ ਕੇ ਬਾਹਰ ਚਲੀ ਗਈ। Then she came back. ਥੋੜੇ ਦੇਰ ਬਾਅਦ ਵਾਪਸ At the ਆਈ। end of the meeting, she accepted the Lord. ਉਹਨੇ ਮੀਟਿੰਗ ਦੇ ਅਖੀਰ ਵਿੱਚ ਪ੍ਰਭੂ ਨੂੰ ਕਬੂਲ ਕੀਤਾ। So after the meeting, this lady asked, I saw you go out and come. Where did you go? ਤੇ ਉਹਨੇ ਉਹਨੂੰ ਪੁੱਛਿਆ, ਮੈਂ ਤਾਂ ਦੇਖਿਆ ਸੀ ਤੂੰ ਕਲੀਸਿਆ ਵਿੱਚ ਉੱਠ ਕੇ ਚਲੀ ਗਈ ਸੀ, ਕਿੱਥੇ ਗਈ ਸੀ? That lady said, I went and spoke to your driver. ਉਹ ਕਹਿੰਦੀ ਮੈਂ ਬਾਹਰ ਜਾ ਕੇ ਤੇਰੇ ਡਰਾਈਵਰ ਨਾਲ ਗੱਲ I ਕੀਤੀ। questioned him about your life. ਮੈਂ ਉਹਨੂੰ ਸਵਾਲ ਪੁੱਛਿਆ ਤੇਰੇ ਜੀਵਨ ਦੇ ਬਾਰੇ। Has it made any difference in your life? ਕਿਆ ਤੇਰੇ ਜੀਵਨ ਨੂੰ ਕੋਈ ਫਰਕ ਆਇਆ? Is your faith made any difference in your life? ਕਿ ਤੇਰੇ ਵਿਸ਼ਵਾਸ ਨੇ ਤੇਰੇ ਜੀਵਨ ਨੂੰ ਫਰਕ He ਕੀਤਾ? confirmed to me that your life was a big change. That was Christ in your life. ਉਹਨੇ ਇਕਰਾਰ ਕੀਤਾ ਕਿ ਤੁਹਾਡੇ ਜੀਵਨ ਹੀ ਪ੍ਰਭੂ ਹੈਗੇ ਨੇ। So I decided I wanted this Christ. ਤੇ ਮੈਂ ਫੈਸਲਾ ਕੀਤਾ ਕਿ ਮੈਨੂੰ ਇਹ ਮਸੀਹ ਚਾਹੀਦਾ ਹੈ। We are failing because we don't have Christ. ਅਸੀਂ ਐਸ ਕਰਕੇ ਨਾਕਾਰਾ ਹੋਏ ਆ ਕਿਉਂਕਿ ਅਸੀਂ ਪਰਮੇਸ਼ਵਰ ਦੇ ਨਾਲ ਨਹੀਂ We ਹੈਗੇ, are failing because we have no fruit. ਕਿਉਂਕਿ ਸਾਡੇ ਅੰਦਰ ਫਲ ਨਹੀਂ ਹੈਗਾ। We would have won more people had we borne more fruit. ਜੇ ਅਸੀਂ ਫਲਦਾਰ ਹੁੰਦੇ ਤੇ ਜ਼ਿਆਦਾ ਲੋਕਾਂ ਨੂੰ ਜਿੱਤ ਲੈਂਦੇ, We would have glorified God. ਇੰਨਾ ਪਰਮੇਸ਼ਵਰ ਨੂੰ ਜਲਾਲ ਮਿਲਦਾ। John 15:7-8. I'm closing shortly. ਯੋਨਾ 15:7-8। If ye abide in me, my words abide in you. Ye will ask what ye will, and it shall be done unto you. Herein is my Father glorified, that ye bear much fruit. So shall ye be my disciples. यदि तुम मुझ में बने रहो और मेरी बातें तुम में बनी रहें
तो जो चाहो मांगो और वह तुम्हारे लिए हो जाएगा। मेरे पिता की महिमा इसी से होती है कि तुम बहुत सा फल लाओ, तब ही तुम मेरे चेले ठहरोगे। Abiding in Him, there is a two-way communication with Christ. ਜਦੋਂ ਆਪਾਂ ਉਹਨੇ ਬਨੇ ਰਹਿੰਦੇ ਆ ਤੇ ਸਾਡਾ ਦੋਨਾਂ ਦਾ ਆਪਸ ਵਿੱਚ ਨਾਤਾ ਹੈਗਾ ਪ੍ਰਭੂ Answered ਨਾਲ। prayers. ਪ੍ਰਾਰਥਨਾਵਾਂ ਦਾ ਜਵਾਬ। When we are abiding in Christ, we will be in close fellowship with Him. ਅਸੀਂ ਪਰਮੇਸ਼ਵਰ ਦੇ ਨਾਲ ਨਿਕਟ ਸਹਿਭਾਗਿਤਾ ਹੋਏਗੀ। When we pray to the Father, it will be like Lord Jesus Himself is praying on behalf of us. ਜਦੋਂ ਅਸੀਂ ਪਿਤਾ ਪਰਮੇਸ਼ਵਰ ਨੂੰ ਪ੍ਰਾਰਥਨਾ ਕਰਾਂਗੇ, ਇਸ ਤਰ੍ਹਾਂ ਲੱਗੇਗਾ ਕਿ ਪ੍ਰਭੂ ਯਿਸੂ ਮਸੀਹ ਸਾਡੇ ਬਿਹਾਫ ਤੇ ਪ੍ਰਾਰਥਨਾ ਕਰ ਰਹੇ ਨੇ। And second thing, we will glorify God and bear much fruit. ਤੇ ਨਾਲੇ ਅਸੀਂ ਪਰਮੇਸ਼ਵਰ ਨੂੰ ਮਹਿਮਾ ਦੇਵਾਂਗੇ ਤੇ ਫਲਦਾਰ ਹੋਵਾਂਗੇ। We have to bear fruit, my dear brothers and sisters. ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਫਲਦਾਰ ਹੋਈਏ। Your children should know that God has made a difference in your life. ਤੁਹਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਮੇਸ਼ਵਰ ਨੇ ਤੁਹਾਡੇ ਜੀਵਨ ਵਿੱਚ ਫਰਕ Your unsaved relatives should know that God has made a difference in your life, and the only way they can see it is not by your words but by your fruit. ਤੁਹਾਡੇ ਰਿਸ਼ਤੇਦਾਰ ਵੀ ਦੇਖਣ ਕਿ ਤੁਹਾਡੇ ਸਿਰਫ ਗੱਲਾਂ ਤੋਂ ਨਹੀਂ ਫਲਦਾਰ ਹੁੰਦੇ, ਤੁਹਾਡੇ ਜੀਵਨ ਤੋਂ ਫਲ ਨਜ਼ਰ ਆਉਂਦਾ। You are connected to the vine. ਤੁਸੀਂ ਦਾਖਲਤਾ ਨਾਲ ਜੁੜੇ ਹੋ। So concluding, how do we glorify God? ਕਿਵੇਂ ਪਰਮੇਸ਼ਵਰ ਨੂੰ ਮਹਿਮਾ ਦਿੰਦੇ ਹਾਂ? Confessing Lord as Jesus as Lord. ਪ੍ਰਭੂ ਯਿਸੂ ਮਸੀਹ ਨੂੰ ਪ੍ਰਭੂ ਮੰਨਣਾ। Do everything for the glory of God. ਹਰ ਕੁਝ ਕਰਨਾ ਪਰਮੇਸ਼ਵਰ ਦੀ ਮਹਿਮਾ ਵਾਸਤੇ। Confessing our sin. ਆਪਣੇ ਪਾਪਾਂ ਦਾ ਇਕਰਾਰ ਕਰਨਾ। Trusting Him. ਵਿਸ਼ਵਾਸ ਕਰਨਾ। Praising Him. ਆਰਾਧਨਾ ਕਰਨਾ। Bearing much fruit. ਫਲਦਾਰ ਹੋਣਾ। 6 things. I want to close with 2 Peter 8 to 9. दूसरा पत्रस 8 तो 9 पढ़ांगा। 2 Peter 2. Sorry. We will read from 4 to 9. Okay? 4 to 8. Whereby are given unto us exceeding great promises, that by these ye may be partakers of the divine nature, having escaped the corruption that is in the world through lust. 2 Peter 1, 4 to 8. And besides this, giving all diligence, add to your faith virtue, and to virtue knowledge, and to knowledge temperance, and to temperance patience, and to patience godliness, and to godliness brotherly kindness, and to brotherly kindness charity, that is agape, love. If these things be in you and abound, they make you that ye shall neither be barren nor unfruitful in the knowledge of our Lord Jesus Christ. जिसके द्वारा उसने हमें बहुमूल्य और बहुत सी बड़ी प्रतिज्ञा दी हैं, ताकि इनके द्वारा हम उस हड़ास से छूटकर जो संसार की बुरी अभिलाषाओं से होती है, ईश्वरीय स्वभाव में सहभागी हो जाओ। इसी कारण तुम सब प्रकार के प्रयत्न करके अपने विश्वास पर सद्गुण, सद्गुण पर समझ, समझ पर संयम, संयम पर धीरज, और धीरज पर भक्ति, और भक्ति पर भाईचारे की रीति, और भाईचारे की प्रीति पर प्रेम बढ़ाते जाओ। क्योंकि यदि ये बातें तुम्हें वर्तमान रहें और बढ़ती जाएं, तो तुम्हें हमारे प्रभु यीशु मसीह के पहचान में निकम्मे या निष्फल ना होने देंगी। Be fruitful, my dear brothers and sisters. मेरे बहनों भराओ फलदार हो। Take a look at your own life. अपने जीवन ਨੂੰ देखो। Are you able to show this fruit? क्या तुम ये अपना फल दिखा सकते हो? It means you are not well connected to the vine. ਇਹਦਾ ਮਤਲਬ ਤੁਸੀਂ ਦਾਖਲਤਾ ਨਾਲ ਨਹੀਂ ਜੁੜੇ। Take these 6 things. ਇਹ 6 ਚੀਜ਼ਾਂ ਨੂੰ ਲਓ। Implement in your life. ਜੀਵਨ ਵਿੱਚ ਅਪਣਾਓ। Practice every day. हर रोज प्रैक्टिस करो। Nothing comes without putting effort. कुछ भी नहीं शुरू ਹੁੰਦਾ ਜੇ ਅਸੀਂ ਪ੍ਰਯਤਨ ਨਾ ਕਰੀਏ। You have to work hard on this. ਆਪਾਂ ਨੂੰ ਮਿਹਨਤ ਕਰਨੀ ਹੈ। All other things are for the world. ਸਾਰੀ ਚੀਜ਼ਾਂ ਬਾਕੀ ਸੰਸਾਰ ਵਾਸਤੇ This ਨੇ। is for your own spiritual life. ਇਹ ਤੁਹਾਡੇ ਰੂਹਾਨੀ ਜੀਵਨ ਵਾਸਤੇ। Let's bow our heads, close our eyes. ਅੱਖਾਂ ਬੰਦ ਕਰਾਂਗੇ, ਸਿਰ ਝੁਕਾਵਾਂਗੇ। Heavenly Father, we want to be fruitful, Lord. We want to be branches who are connected to you. We want to be branches who draw our nutrition from you and bear much fruit. We want to bring glory to you, Lord.
Father, we thank you that you have explained through the illustration how you lovingly you take care of us. Father, help us to see this, Lord. Open our eyes that we may see this, Lord, that we may bring glory to you. In all things, Lord, everyone who has heard this message, I pray that they will not be where the seeds are fallen among thorns, among worldly things, Lord, but let them be people on which there is good ground, and they will bring forth fruit 60, 100-fold, Lord Jesus. Thank you, Father. Bless them, Lord, in the name of our Lord Jesus. We give you glory. We ask everything in the name of your Son, Lord Jesus Christ. Amen. Amen. The Lord bless you and keep you. The Lord make his face to shine upon you and be gracious unto you. The Lord lift his countenance upon you and give you peace. In the name of Jesus. Amen. Amen. Amen.